ਸਤਿ ਸ਼੍ਰੀ ਅਕਾਲ, ਮੈਂ ਅਮਨ ਮੋਹਨ ਮੋਹਜਾਲ ਤੇ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਸੋ ਦਰਸ਼ਕੋ, ਪੈਰਾਲਾਈਜ਼ ਦਾ ਅਟੈਕ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਕਿ ਬੰਦੇ ਨੂੰ ਲਕਵਾ ਮਾਰ ਗਿਆ, ਇਹ ਅੱਜਕੱਲ ਲਗਾਤਾਰ ਕੇਸ ਜਿਹੜੇ ਹੈਗੇ ਨੇ ਉਹ ਵੱਧ ਰਹੇ ਹੈਗੇ ਨੇ। ਪਰ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ, ਪਰ ਹਾਲੇ ਤੱਕ ਇਸ ਦਾ ਜਿਹੜਾ ਇਲਾਜ ਹੈਗਾ ਉਹ ਨਹੀਂ ਮਿਲ ਸਕਿਆ। ਪਰ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਜੋ ਦਾਅਵਾ ਕਰਦੇ ਨੇ ਕਿ ਉਹਨਾਂ ਕੋਲ ਇਸ ਚੀਜ਼ ਦਾ ਪੱਕਾ ਇਲਾਜ ਹੈਗਾ। ਪੱਕਾ ਇਲਾਜ ਕਿਵੇਂ ਹੈਗਾ ਉਹ ਵੀ ਅਸੀਂ ਜਾਣਾਂਗੇ। ਸੋਹਣ ਸਿੰਘ ਪਪਰਾਲੀ ਜੀ ਸਾਡੇ ਨਾਲ ਬੈਠੇ ਨੇ। ਨਿੱਘਾ ਸਵਾਗਤ ਹੈ ਤੁਹਾਡਾ ਜੀ। ਧੰਨਵਾਦ ਜੀ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਵਿਗਿਆਨ ਨੇ ਬੜੀ ਤਰੱਕੀ ਕਰ ਲਈ ਹੈ ਨਾ, ਪਰ ਇਸ ਦੇ ਬਾਵਜੂਦ ਵੀ ਨਿਤ ਦਿਨ ਕੋਈ ਨਾ ਕੋਈ ਨਵਾਂ ਵਾਇਰਸ ਆ ਜਾਂਦਾ ਹੈ ਨਾ। ਪਰ ਇਹ ਜਿਹੜਾ ਲਕਵੇ ਦੀ ਪ੍ਰੋਬਲਮ ਹੈ, ਜਿਹਨੂੰ ਆਪਾਂ ਪੈਰਾਲਾਈਜ਼ ਵੀ ਕਹਿੰਦੇ ਹਾਂ ਨਾ, ਇਹ ਤਾਂ ਆਪਣੀ ਬੜੀ ਪੁਰਾਣੀ ਪ੍ਰੋਬਲਮ ਹੈਗੀ। ਹਾਲੇ ਤੱਕ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਤੇ ਇਹਦਾ ਢੁਕਵਾਂ ਇਲਾਜ ਕਿਉਂ ਨਹੀਂ ਲੱਭ ਸਕੇ? ਇਹ ਪੈਰਾਲਾਈਜ਼ ਅਸਲ ਵਿੱਚ ਹੈ ਕੀ ਚੀਜ਼, ਕਿਉਂ ਹੁੰਦਾ? ਜੀ ਸਾਧ ਸੰਗਤ ਜੀ, ਉਹ ਪੈਰਾਲਾਈਸਿਸ ਲਕਵੇ ਨੂੰ ਕਹਿੰਦੇ ਆ। ਇਹ ਕਈ ਕਿਸਮ ਦਾ ਹੈ। ਇਹਦਾ ਕਾਰਨ ਹੈਗਾ ਹਾਈ ਬਲੱਡ ਪ੍ਰੈਸ਼ਰ। ਹਾਈ ਬਲੱਡ ਪ੍ਰੈਸ਼ਰ ਜਦੋਂ 170 ਤੋਂ 170 ਤੋਂ ਉੱਪਰ ਜਾਂਦਾ ਹੈ, ਉੱਪਰਲਾ ਪ੍ਰੈਸ਼ਰ, ਤਾਂ ਕਦੇ ਵੀ ਲਕਵਾ ਮਾਰ ਸਕਦਾ ਹੈ। ਛੋਟੇ ਛੋਟੇ ਦੋ ਕਾਰਨ ਹੋਰ ਵੀ ਹੈ, ਕੋਲੈਸਟਰੋਲ ਦਾ ਵੱਧ ਜਾਣਾ ਜਾਂ ਸ਼ੂਗਰ ਡਾਇਬੀਟਿਕ ਹੋ ਜਾਣਾ। ਪਰ ਉਹ 2-3% ਹੈ। 97% ਜਾਂ 98% ਬੀਪੀ ਹਾਈ ਕਰਕੇ ਹੁੰਦਾ ਹੈ। ਜਦੋਂ ਬੀਪੀ ਵੱਧਦਾ ਹੈ, ਸਾਡਾ ਜਿਹੜਾ ਦਿਲ ਧੜਕਣ ਹੈ ਉਹ ਤੇਜ਼ ਹੁੰਦੀ ਹੈ। ਉਹ ਤੇਜ਼ ਹੋਣ ਨਾਲ ਦਿਮਾਗ ਦੇ ਵਿੱਚ ਕੋਈ ਨਾ ਕੋਈ ਨਾੜੀ ਸਾਡੀ ਜਿਹੜੀ ਵੀਕ ਹੁੰਦੀ ਹੈ ਉਹ ਫਟ ਜਾਂਦੀ ਹੈ। ਉੱਥੇ ਬਲੱਡ ਸਿਮ ਜਾਂਦਾ ਹੈ, ਹੈਮਰੇਜ ਹੋ ਜਾਂਦਾ ਹੈ ਮੈਡੀਕਲ ਟਰਮ 'ਚ। ਉਹ ਜਿਸ ਪਾਸੇ ਵੀ ਹੈਮਰੇਜ ਹੁੰਦਾ ਉਸ ਤੋਂ ਦੂਜਾ ਪਾਸਾ ਖੜ ਜਾਂਦਾ ਹੈ। ਉਹਦਾ ਕਾਰਨ ਇਹ ਹੈ ਵੀ ਜਿਹੜੀਆਂ ਦਿਮਾਗ ਤੋਂ ਨਰਵਜ਼ ਨਿਕਲਦੀਆਂ ਨਾੜੀਆਂ, ਉਹ ਗਰਦਨ ਦੇ ਵਿੱਚ ਆ ਕੇ ਦਵੱਲੇ ਐਂ ਕ੍ਰਾਸ ਕਰ ਜਾਂਦੀਆਂ, ਇੱਧਰਲੀਆਂ ਉੱਧਰ, ਉੱਧਰਲੀਆਂ ਇੱਧਰ। ਇਸੇ ਕਰਕੇ ਉਲਟਾ ਪਾਸਾ ਖੜਦਾ ਹੈ। ਤੋ ਇਹ ਤਾਂ ਹੈਗਾ ਇਹਦਾ ਕਾਰਨ। ਅੱਜ ਕੱਲ੍ਹ ਜ਼ਿੰਦਗੀ ਬੜੀ ਟੈਂਸ ਚੱਲ ਰਹੀ ਹੈ, ਸਭ ਲੋਕਾਂ ਦੀ ਬੜੀ ਹੈਕਟਿਕ ਐਕਟੀਵਿਟੀ ਹੈ। ਉਹ ਟੈਨਸ਼ਨ ਜਿਹੜੀ ਹਰ ਵਕਤ ਰਹਿੰਦੀ ਹੈ, ਇਹ ਬਲੱਡ ਪ੍ਰੈਸ਼ਰ ਦਾ ਕਾਰਨ ਹੈ। ਇਸ ਕਰਕੇ ਵੀ ਹੁੰਦਾ ਹੈ। ਜਿਸ ਕਾਰਨ ਕਰਕੇ ਵੀ ਬੀਪੀ ਹੋਏਗਾ, ਚਾਹੇ ਉਹ ਕੋਈ ਜ਼ਿਆਦਾ ਜਿਵੇਂ ਮੱਖਣੀ ਖਾ ਲਈ ਜਾਂ ਘਿਓ ਖਾ ਲਿਆ, ਇਹ ਚੀਜ਼ਾਂ ਨਾਲ ਕੋਲੈਸਟਰੋਲ ਵੱਧਦਾ, ਚਾਹੇ ਤਾਂ ਉਹਦੇ ਕਰਕੇ, ਚਾਹੇ ਟੈਨਸ਼ਨ ਕਰਕੇ। ਇਨ ਐਨੀ ਵੇ ਜਦ ਵੀ ਬੀਪੀ ਵਧੂਗਾ ਤਾਂ ਇਹ ਸੰਭਾਵਨਾ ਰਹਿੰਦੀ ਹੈ ਵੀ ਉਹਨੂੰ ਲਕਵਾ ਮਾਰੇਗਾ। ਪਰ ਜਿਹੜੇ ਤੁਸੀਂ ਘਿਓ ਦੀ ਗੱਲ ਕੀਤੀ ਹੈ, ਆਇਲ ਚੀਜ਼ਾਂ ਦੀ ਗੱਲ ਕੀਤੀ ਹੈ ਨਾ, ਪੁਰਾਣੇ ਜਿਹੜੇ ਆਪਣੇ ਬਜ਼ੁਰਗ ਸੀਗੇ ਉਹ ਤਾਂ ਘਿਓ ਅੱਧਾ ਕਿਲੋ ਇੱਦਾਂ ਹੀ ਪੀ ਜਾਂਦੇ ਸੀ, ਸਰੋਂ ਦਾ ਤੇਲ ਪੀ ਜਾਂਦੇ ਸੀ। ਫਿਰ ਉਹਨਾਂ ਨੂੰ ਇੱਦਾਂ ਦੀ ਪ੍ਰੋਬਲਮ ਕਿਉਂ ਨਹੀਂ ਆਉਂਦੀ ਸੀ? ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ। ਪੁਰਾਣੇ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਮੁਸ਼ੱਕਤ ਕਰਦੇ ਸੀ ਹੱਥਾਂ ਪੈਰਾਂ ਦੇ ਨਾਲ। ਸਾਰਾ ਦਿਨ ਹਲ ਵਾਹੁਣਾ, ਮਸ਼ੀਨ ਨਾਲ ਟੋਕੇ ਕਰਨੇ, ਡੰਗਰਾਂ ਨੂੰ ਹੇਠ ਉੱਪਰ ਕਰਨਾ। ਉਹ ਮੁਸ਼ੱਕਤ ਕਰਨ ਦੇ ਨਾਲ ਖੇਤਾਂ 'ਚ ਰੋਜ਼ ਤੁਰ ਕੇ ਜਾਣਾ, ਤੁਰ ਕੇ ਆਉਣਾ। ਉਦੋਂ ਤਾਂ ਕੋਈ ਮੋਟਰਸਾਈਕਲ ਸਕੂਟਰ ਵੀ ਨਹੀਂ ਥਾ। ਤਾਂ ਉਹ ਹਜਮ ਕਰ ਲੈਂਦੇ ਸੀ। ਜਿਹੜਾ ਬੰਦਾ ਹੁਣ ਵੀ ਮੁਸ਼ੱਕਤ ਕਰਦਾ, ਉਹ ਭਾਵੇਂ ਰੋਜ਼ ਪਾਈਆ ਦੇਸੀ ਘੀ ਖਾ ਲੇ, ਕਿਲੋ ਸ਼ੱਕਰ ਖਾ ਲੇ, ਉਹ ਹਜਮ ਕਰ ਲੇਗਾ। ਹੁਣ ਸਾਡਾ ਕੰਮ ਆਮ ਜਿਹੜੀ ਜ਼ਿੰਦਗੀ ਹੈ ਉਹ ਸੀਡੈਂਟਰੀ ਹੈਬਿਟਸ ਹੈ। ਚੁੱਪ ਹੇਠਾਂ ਬੈਠਣਾ, ਮਤਲਬ ਚੱਪਲ ਮਾਰ ਕੇ। ਕੰਮ ਤਾਂ ਸਾਨੂੰ ਕੋਈ ਹੈ ਨਹੀਂ। ਤੇ ਜੇ ਅਸੀਂ ਇਹੋ ਜਿਹਾ ਹੈਵੀ ਫੂਡ ਖਾਊਂਗੇ ਤਾਂ ਬੀਪੀ ਵਧੂਗਾ ਹੀ ਵਧੂਗਾ, ਕੋਲੈਸਟਰੋਲ ਵਧੂਗਾ। ਉਹ ਫਿਰ ਸਾਡੀ ਜਿਹੜਾ ਲਾਈਫ ਸਟਾਈਲ ਹੈ ਉਹ ਬਦਲ ਚੁੱਕਿਆ ਹੈ। ਹਾਂ, ਅਗਰ ਅਸੀਂ ਮੁਸ਼ੱਕਤ ਕਰੂੰਗੇ ਫਿਰ ਇਹ ਹਜਮ ਹੋ ਜਾਂਦੀਆਂ, ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਇਹ ਤਾਂ ਚੰਗੀਆਂ ਚੀਜ਼ਾਂ ਸਗੋਂ। ਪਰ ਹੁਣ ਇਹ ਚੰਗੀਆਂ ਹੀ ਮੰਦੀਆਂ ਬਣੀਆਂ ਹੋਈਆਂ ਕਿਉਂਕਿ ਸਾਡੀ ਮੁਸ਼ੱਕਤ ਨਹੀਂ ਹੈ। ਅਸੀਂ ਫਿਰ ਕੋਈ ਫਿਰਦਾ ਸਵੇਰੇ ਸੈਰਾਂ ਕਰਦਾ, ਕੋਈ ਕੁਛ। ਉਹ ਤਾਂ ਬਿਹਤਰ ਹੁੰਦਾ ਸੀ ਜਦ ਕੰਮ ਕਰਦਾ ਸੀ ਸਾਰਾ ਦਿਨ ਬੰਦਾ ਖੇਤਾਂ 'ਚ, ਹਲ ਦੇ ਮਗਰ ਬਲਦਾਂ ਦੇ ਫਿਰਨਾ। ਕਿੰਨੇ ਮੀਲ ਦੀ ਸੈਰ ਹੋ ਜਾਂਦੀ ਸੀਗੀ। ਤਾਂ ਸਭ ਕੁਝ ਉਹਨਾਂ ਨੂੰ ਹਜਮ ਹੁੰਦਾ ਸੀਗਾ, ਮਾਫਕ ਹੁੰਦਾ ਸੀਗਾ। ਇਹ ਕਾਰਨ ਹੈ ਅੱਜ ਕੱਲ੍ਹ ਦਾ। ਪਪਰਾਲੀ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪਹਿਲਾਂ ਕਸਰਤਾਂ ਬਹੁਤ ਸੀ ਨਾ, ਬੰਦੇ ਖਾਉਂਦੇ ਸੀ ਤੇ ਉਸ ਹਿਸਾਬ ਨਾਲ ਮਿਹਨਤਾਂ ਵੀ ਕਰਦੇ ਸੀ। ਅੱਜ ਕੱਲ੍ਹ ਉਹ ਮਿਹਨਤਾਂ ਰਹਿ ਨਹੀਂ ਗਈਆਂ। ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਕੇਸ ਵੱਧ ਰਹੇ ਨੇ ਨਾ, ਇਹ ਕਿੰਨੇ ਟਾਈਪ ਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਲਕਵਾ ਹੈਗਾ ਕਿੰਨੇ ਟਾਈਪ ਦਾ ਹੁੰਦਾ ਹੈ? ਤੇ ਤੁਸੀਂ ਕਾਰਨ ਤਾਂ ਦੱਸ ਦਿੱਤਾ ਕਿ ਹੁੰਦਾ ਕਿਉਂ ਹੈ ਨਾ, ਤੇ ਇਹਦੇ ਕਿਸਮਾਂ ਕਿੰਨੀਆਂ ਨੇ? ਹਾਂਜੀ ਸਾਧ ਸੰਗਤ ਜੀ, ਉਹ ਇੱਕ ਹੋਰ ਕਿਸਮ ਦਾ ਅਧਰੰਗ ਹੁੰਦਾ ਹੈ ਲਕਵਾ। ਕਿਸੇ ਦੇ ਸਿਰ 'ਚ ਸੱਟ ਵੱਜਦੀ ਹੈ ਨਾ, ਗਿਰ ਕੇ ਜਾਂ ਨਹੀਂ ਕਿਸੇ ਵੀ ਤਰ੍ਹਾਂ ਤੋਂ। ਦਾਸ ਨੇ ਇੱਕ ਕੇਸ ਦੇਖਿਆ ਜਿਹਨੂੰ ਸਲੰਗਾ ਲੱਗਿਆ ਸੀ। ਸਲੰਗ ਹੁੰਦੀ ਹੈ, 2 ਫੋਰਕ ਜਿਹਾ ਹੁੰਦਾ, ਖੇਤੀ ਦਾ ਸੰਦ ਹੈ। ਲੜਾਈ ਹੋ ਗਈ ਸੀ, ਇੱਥੇ ਮਾਰਿਆ ਸੀ। ਜਿੱਥੇ ਵੀ ਸੱਟ ਵੱਜਦੀ ਹੈ, ਇੰਜਰੀ ਹੁੰਦੀ ਹੈ ਸਿਰ ਦੇ ਵਿੱਚ, ਉਹ ਤੋਂ ਦੂਜਾ ਪਾਸਾ ਖੜ ਜਾਂਦਾ ਹੁੰਦਾ ਹੈ। ਇਸੇ ਤਰ੍ਹਾਂ ਕਈ ਦਫਾ ਐਕਸੀਡੈਂਟ ਹੁੰਦੇ, ਰੀੜ੍ਹ ਦੀ ਹੱਡੀ 'ਤੇ ਸੱਟ ਵੱਜਦੀ ਹੈ, ਉਹਦੇ ਨਾਲ ਹੇਠਾਂ ਤੇ ਦੋਹੇ ਲੱਤਾਂ ਸੁੰਨ ਹੋ ਜਾਂਦੀਆਂ। ਲੈਟਰਨ ਔਰ ਪਿਸ਼ਾਬ ਦਾ ਵੀ ਨਹੀਂ ਪਤਾ ਲੱਗਦਾ।
ਉਹਨੂੰ ਕਹਿੰਦੇ ਪੈਰਾਪਲੇਜੀਆ, ਦੋਏ ਲੱਤਾਂ ਸੁੰਨ। ਕਈ ਦਫਾ ਇੱਕ ਬਾਂਹ ਜਾਂ ਇੱਕ ਲੱਤ ਹੁੰਦੀ ਹੈ ਸੁੰਨ, ਉਹਨੂੰ ਕਹਿੰਦੇ ਹੋਮੋਪਲੇਜੀਆ। ਤੇ ਜਿਹੜਾ ਇੱਕ ਪਾਸਾ ਹੈ ਜਿਹਦੇ 'ਚ ਇੱਕ ਪਾਸੇ ਦੀ ਰਾਈਟ ਜਾਂ ਲੈਫਟ ਕੋਈ ਵੀ ਉਸੇ ਪਾਸੇ ਦੀ ਬਾਂਹ ਤੇ ਉਸੇ ਪਾਸੇ ਦੀ ਲੱਤ ਸੁੰਨ ਹੋ ਜਾਂਦੀ ਹੈ। ਕਈ ਦਫਾ ਅੱਧਾ ਸਿਰ ਤੱਕ ਵੀ ਜਾਂਦਾ, ਗਰਦਨ ਵਿੱਚ ਵੀ ਜਾਂਦਾ, ਉਹਨੂੰ ਕਹਿੰਦੇ ਹੈਮੀਪਲੇਜੀਆ। ਹੈਮੀ ਮੀਨਸ ਹਾਫ, ਅੱਧਾ ਪਾਸਾ ਸਾਰਾ ਹੀ ਸੁੰਨ ਹੋ ਜਾਂਦਾ। ਤੇ ਉਹ ਅਸਲ ਵਿੱਚ ਤਾਂ ਲਗਭਗ ਉਹੀ ਹੁੰਦਾ, ਜ਼ਿਆਦਾਤਰ 90-95% ਤਾਂ ਉਹੀ ਹੈ, ਬਾਕੀ ਤਾਂ ਫਿਰ ਥੋੜ੍ਹੇ ਥੋੜ੍ਹੇ ਹੁੰਦੇ ਕੋਈ ਹੋਰ ਕਾਰਨਾਂ ਕਰਕੇ। ਤਾਂ ਇਹ ਜਿਹੜਾ ਪੈਰਾਲਾਈਸਿਸ ਜਾਂ ਲਕਵਾ ਹੈ ਇਹ ਕ੍ਰਿਪਲ ਕਰ ਜਾਂਦਾ ਬੰਦੇ ਨੂੰ ਸਾਰੀ ਉਮਰ ਖਾਤਰ। ਇਹਦੇ ਵਿੱਚ ਤਕਰੀਬਨ 7-8% ਤਾਂ ਡੈਥ ਵੀ ਹੁੰਦੀ ਹੈ। ਜਿਹੜੇ ਕੇਸਾਂ ਦੇ ਵਿੱਚ ਕੌਮਾ ਆ ਜਾਂਦਾ ਨਾ, ਪੈਰਾਲਾਈਸਿਸ ਹੁੰਦੀ ਸਾਰੇ, ਕੌਮਾ ਮੀਨਸ ਬੇਹੋਸ਼ੀ, ਉਹ ਬੇਹੋਸ਼ ਹੋ ਜਾਂਦੇ ਕੁਝ ਲੋਕ, ਉਹਨਾਂ ਵਿੱਚੋਂ ਤਕਰੀਬਨ ਅੱਧਿਆਂ ਦੀ ਮੌਤ ਹੋ ਜਾਂਦੀ ਹੈ। ਜਿਹੜੇ ਬੇਹੋਸ਼ ਹੁੰਦੇ, ਜੇ 100 ਨੂੰ ਲਕਵਾ ਹੁੰਦਾ ਹੈ 100 ਚੋਂ 10 ਬੰਦੇ ਕੌਮੇ ਵਿੱਚ ਚਲੇ ਜਾਂਦੇ, ਬੇਹੋਸ਼ੀ 'ਚ, ਕੌਮੇ 'ਚ ਜਾਂ ਅਰਧ ਕੌਮੇ 'ਚ ਸੈਮੀ ਕੌਨਸ਼ੀਅਸ ਹੋ ਜਾਂਦੇ। ਉਹਨਾਂ ਵਿੱਚੋਂ ਹਾਫ ਯਾਨੀ 5 ਦੀ ਡੈਥ ਹੋ ਜਾਂਦੀ ਹੈ। ਤੇ ਬਾਕੀ ਦੇ ਬਚ ਰਹਿੰਦੇ, ਸਰਵਾਈਵ ਕਰ ਜਾਂਦੇ। ਤੋ ਜਿਹੜੇ ਵੀ ਸਰਵਾਈਵ ਕਰਦੇ ਹੈ ਉਹਨਾਂ ਵਿੱਚੋਂ ਵੀ ਕਈ ਕ੍ਰਿਪਲ ਹੋ ਜਾਂਦੇ, ਬਿਲਕੁਲ ਉੱਠਣੇ ਜੋਗੇ ਨਹੀਂ ਰਹਿੰਦੇ, ਉਂਝ ਭਾਵੇਂ ਮੰਜਿਆਂ ਤੇ ਪਏ, ਬੈੱਡਾਂ ਤੇ ਕਈ ਸਾਲ ਪਏ ਰਹਿੰਦੇ, ਉਹਨਾਂ ਦਾ ਕੋਈ ਇਲਾਜ ਨਹੀਂ ਬਣਦਾ। ਖਾਸ ਕਰਕੇ ਜਿਹੜਾ ਸਾਡਾ ਐਲੋਪੈਥਿਕ ਸਿਸਟਮ ਹੈ, ਜਿਹੜਾ ਕਿ ਦੁਨੀਆ ਭਰ 'ਚ ਚੱਲਦਾ ਹੀ ਹੈ, ਇਹਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਹੈ। ਕਈ ਦਫਾ ਦੱਸ ਰਹੇ ਨੇ, ਸੁਣਿਆ ਕਹਿੰਦੇ ਨੇ ਵੀ PGI ਲੈ ਗਏ ਤੇ ਜੀ ਚੰਡੀਗੜ੍ਹ, ਉਹਨਾਂ ਨੇ ਮੋੜਤਾ ਸਾਨੂੰ। ਲੋਕ ਫਿਰ ਐਂ ਵੀ ਅੰਦਾਜ਼ਾ ਲਗਾ ਲੈਂਦੇ ਵੀ ਸ਼ਾਇਦ ਇਹਦੀ ਮੌਤ ਹੋਣੀ ਹੈ ਤਾਂ ਮੋੜਿਆ, ਐਕਣ ਦੀ ਗੱਲ ਨਹੀਂ ਹੁੰਦੀ। PGI ਕਿਉਂਕਿ ਸਰਕਾਰੀ ਇੰਸਟੀਚਿਊਟ ਹੈ, ਉੱਥੇ ਗਰੀਡ ਤਾਂ ਹੈ ਨਹੀਂ, ਲਾਲਚ ਤਾਂ ਹੈ ਨਹੀਂ, ਉਹ ਮੋੜ ਦਿੰਦੇ ਵੀ ਜੇ ਤਾਂ ਇਲਾਜ ਨਹੀਂ ਕੋਈ, ਲੈ ਜਾਓ ਭਾਈ, ਸੇਵਾ ਕਰੋ। ਪ੍ਰਾਈਵੇਟਾਂ ਦਾ ਤੁਹਾਨੂੰ ਪਤਾ ਉਹਨਾਂ ਦਾ ਆਪਣਾ ਫਿਰ ਹੁੰਦਾ, ਉਹ ਤਾਂ ਹਾਂ, ਉਹ ਤਾਂ ਫਿਰ ਰੱਖਦੇ ਆ, ਕਈ ਮਹੀਨੇ ਵੀ ਰੱਖ ਸਕਦੇ। ਦਾਸਰੇ ਦੀ ਨੌਲੇਜ 'ਚ ਐਸੇ ਬਹੁਤ ਕੇਸ हैं ਲੁਧਿਆਣੇ ਏਰੀਏ ਦੇ, ਜਿੱਥੇ ਪ੍ਰਾਈਵੇਟ ਹਸਪੀਟਲਾਂ ਵਿੱਚ ਜਾਂਦੇ ਲੋਕ, ਨਾ ਸਮਝ ਹੋਣ 'ਚ, ਨਾ ਪਤਾ ਹੋਣ 'ਚ, ਕਿਉਂਕਿ ਸਭ ਨੂੰ ਇਹ ਜਾਣਕਾਰੀ ਤਾਂ ਹੈ ਨਹੀਂ ਵੀ ਇਹਦਾ ਇਲਾਜ ਨਹੀਂ ਹੈ। ਵੱਧ ਤੋਂ ਵੱਧ BP ਕੰਟਰੋਲ ਕਰਨਗੇ ਹਸਪਤਾਲਾਂ 'ਚ, ਜਾਂ ਖੂਨ ਪਤਲੇ ਦੀ ਗੋਲੀ ਦੇ ਦੇਣਗੇ, ਐਸਪਰੀਨ ਵਰਗੀ ਕੋਈ, ਕੋਸਪਰੀਨ, ਜਾਂ ਫਿਰ ਕੈਲਸ਼ੀਅਮ ਦੀਆਂ ਗੋਲੀਆਂ, B ਕੰਪਲੈਕਸ, ਜਾਂ ਫਿਰ ਕਈਆਂ ਨੂੰ ਥੋੜ੍ਹਾ ਬਹੁਤਾ ਸਟਰੋਕ ਦੇ ਨਾਲ ਐਪੀਲੈਪਟਿਕ ਫਿੱਟ ਪੈ ਜਾਂਦੇ ਆ। ਉਹ ਜਿਹੜੇ ਫਿੱਟ ਖਾਤਰ ਉਹ ਤਕਰੀਬਨ ਹਰ ਇੱਕ ਨੂੰ ਲਾਉਂਦੇ ਉਹ ਗੋਲੀ, ਲੈਵੀਪਿਲ ਵਗੈਰਾ, ਉਹਦਾ ਕੋਈ ਮਤਲਬ ਨਹੀਂ। ਜਿਹਨੂੰ ਫਿੱਟ ਪੈਂਦਾ ਉਹਨੂੰ ਤਾਂ ਠੀਕ ਹੈ, ਦੂਜਿਆਂ ਨੂੰ ਵੀ ਲਗਾਈ ਜਾਂਦੇ। ਕਈਆਂ ਨੂੰ ਖਾਲੀ ਪੇਟ ਦੀਆਂ ਦਿੰਦੇ ਪੈਂਟੋ ਵਗੈਰਾ ਗੋਲੀਆਂ, ਉਹਦਾ ਵੀ ਕੋਈ ਮਤਲਬ ਨਹੀਂ ਹੈ, ਕਿਉਂਕਿ ਜਿਹੜੀ ਅਸਲੀ ਗੱਲ ਹੈ ਇਲਾਜ ਤਾਂ ਕੋਈ ਹੈ ਨਹੀਂ, ਇਹ ਆਲੇ ਦੁਆਲੇ ਦੀ ਚੀਜ਼ਾਂ ਹੈ ਸਾਰੀ। ਪੇਸ਼ੈਂਟ ਨੂੰ ਵਿਚਾਰਿਆਂ ਨੂੰ ਕਿਆ ਪਤਾ ਇਹਨਾਂ ਚੀਜ਼ਾਂ ਦਾ, ਨਹੀਂ ਪਤਾ, ਫਾਦੇ ਉਹ ਜਿਹਨੂੰ ਪਤਾ ਹੈ ਉਹ ਤਾਂ ਜਾਂਦਾ ਨਹੀਂ ਇਸ ਗੱਲ ਬਾਰੇ 'ਚ। ਹਸਪੀਟਲ ਆਪਣੀ ਜਗ੍ਹਾ ਵਧੀਆ ਹੈ, ਜੇ ਕਿਸੇ ਆਪਰੇਸ਼ਨ ਦੀ ਲੋੜ ਹੈ ਤਾਂ ਹਸਪੀਟਲ ਇਜ਼ ਦਾ ਬੈਸਟ ਪਲੇਸ, ਫਿਰ ਉੱਥੇ ਜਾਓ। ਜੇ ਪੁਰਾਣਾ ਕੋਈ ਰੋਗ ਹੈ ਜਿਹੜਾ ਨਹੀਂ ਕਿਤੇ ਵੀ ਇਲਾਜ ਬਣਦਾ, ਉਹ ਫਿਰ ਹਸਪਤਾਲਾਂ 'ਚ ਨਹੀਂ ਬਣਦਾ ਉਹਦਾ ਇਲਾਜ। ਜੇ ਵਿਗਿਆਨ ਉੱਥੇ ਤੱਕ ਨਹੀਂ ਪਹੁੰਚ ਸਕਿਆ ਨਾ, ਤੁਸੀਂ ਦਾਅਵਾ ਕਰਦੇ ਹੋ ਕਿ ਜਿਹੜੇ ਪੈਰਾਲਾਈਜ਼ ਦੇ ਮਰੀਜ਼ ਹੈਗੇ ਨੇ ਉਹਨਾਂ ਨੂੰ ਤੁਸੀਂ ਠੀਕ ਕਰ ਦਿੰਦੇ ਹੋ, ਤੇ ਦਾਅਵਾ ਵੀ ਤੁਸੀਂ ਪੂਰੇ ਕੌਨਫੀਡੈਂਸ ਨਾਲ ਕਰਦੇ ਹੋ, ਤੇ ਖਬਰਾਂ ਵੀ ਨੇ ਕਿ ਤੁਹਾਡੇ ਕੋਲ ਬਹੁਤ ਸਾਰੇ ਮਰੀਜ਼ ਹੈਗੇ ਨੇ, ਉਹ ਆਉਂਦੇ ਵੀ ਨੇ ਨਾ। ਜਿੱਥੇ ਤੱਕ ਵਿਗਿਆਨ ਨਹੀਂ ਪਹੁੰਚ ਸਕਿਆ, ਫਿਰ ਤੁਸੀਂ ਉੱਥੇ ਤੱਕ ਕਿਵੇਂ ਪਹੁੰਚ ਗਏ? ਸੁਣੋ, ਵਿਗਿਆਨ ਆਪਣੀ ਜਗ੍ਹਾ ਹੈ, ਵਿਗਿਆਨ ਦੀ ਆਪਣੀ ਖੋਜ ਹੈ ਜਿਹੜੀ, ਉਹ ਵੀ ਮੁਬਾਰਕ ਹੈ, ਪਰ ਜਿਹੜੇ ਸਿਸਟਮ ਐਲੋਪੈਥਿਕ ਹੈ ਉਹਦੇ ਵਿੱਚ ਤਾਂ ਉਹ ਵਿਗਿਆਨ ਨਾਲ ਤਾਂ ਉਹੀ ਸੰਬੰਧਿਤ ਹੈ ਜ਼ਿਆਦਾ, ਉਹਦੇ ਵਿੱਚ ਤਾਂ ਇਲਾਜ ਨਹੀਂ ਹੈ। ਜਿਹੜਾ ਹੋਮੋਪੈਥਿਕ ਔਰ ਆਯੁਰਵੈਦ ਦਾ ਸਿਸਟਮ ਹੈ, ਇਹ ਭਾਵੇਂ ਚੱਲਦੇ ਆ ਆਪਣੇ ਬਲਬੂਤੇ 'ਪਰ ਖੜੇ ਆ, ਗੌਰਮੈਂਟ ਇਹਨਾਂ ਨੂੰ ਬਹੁਤਾ ਨਹੀਂ ਚੱਕਦੀ। ਠੀਕ ਹੈ, ਜੇ ਉੱਧਰ 10 ਕਰੋੜ ਦਿੰਦੀ, ਇਹਨਾਂ ਨੂੰ 1-2 ਲੱਖ ਦੇ ਦਿੰਦੀ ਹੈ ਸਿਸਟਮ ਨੂੰ, ਥੋੜ੍ਹੀਆਂ ਬਹੁਤੀਆਂ ਡਿਸਪੈਂਸਰੀਆਂ, ਬਹੁਤਾ ਨਹੀਂ ਕਰਦੀ ਹੈ। ਇਹ ਆਪਣੇ ਬਲਬੂਤੇ 'ਤੇ ਖੜੇ ਹੈ। ਜਦ ਠੀਕ ਹੁੰਦਾ ਮਰੀਜ਼ ਤਾਂ ਨੈਚੁਰਲੀ ਫਿਰ ਉਹ ਇਹਨਾਂ ਦੇ ਵੱਲ ਆਉਂਦਾ। ਜਿਹੜੇ ਬੰਦੇ ਨੂੰ ਅਧਰੰਗ ਠੀਕ ਹੋ ਗਿਆ, ਉਹ ਫਿਰ ਹੋਰ ਪਾਸੇ ਜਾਣ ਦਾ ਸੋਚਦਾ ਵੀ ਨਹੀਂ ਹੈ ਕਦੇ। ਵੈਸੇ ਅਦਰਵਾਈਜ਼ ਜਿਹੜੇ ਹੋਰ ਕੋਈ ਤਾਜ਼ਾ ਕਿਸੇ ਨੂੰ ਕੋਈ ਤਕਲੀਫ ਹੋ ਗਈ, ਉਹ ਤਾਂ ਹਸਪਤਾਲ ਜਾਣਾ ਠੀਕ ਹੈ, ਉਹਦੇ ਵਾਸਤੇ ਅਸੀਂ ਵੀ ਭੇਜਦੇ ਉਹਨਾਂ ਨੂੰ। ਪਰ ਜਿੱਥੇ ਤੱਕ ਅਧਰੰਗ ਦਾ ਸਵਾਲ ਹੈ, ਹਸਪਤਾਲ ਜਾਣ ਦਾ ਕੋਈ ਮਤਲਬ ਨਹੀਂ ਹੈ, ਨਾ ਉਹਨਾਂ ਕੋਲ ਕੋਈ ਇਲਾਜ ਹੈ। ਇਸੇ ਕਰਕੇ PGI ਮੋੜ ਦਿੰਦੀ ਹੈ। ਤੇ ਇੱਕ ਕੇਸ ਸੀ ਦਾਸਰੇ ਦੀ ਨੌਲੇਜ 'ਚ ਹੈਗਾ, ਅਬੋਹਰ ਦੀ ਕੁੜੀ ਸੀ ਕੋਈ, ਕੋਮਲ ਨਾਂ ਦੀ, ਉਹ ਲੈ ਗਏ ਪਹਿਲਾਂ ਰਾਜਸਥਾਨ 'ਚ ਗੰਗਾ ਨਗਰ ਹਸਪਤਾਲ 'ਚ, ਉਹਨਾਂ ਨੂੰ ਨੇੜੇ ਪੈਂਦਾ ਹੋਣਾ, ਉੱਥੋਂ PGI ਆ ਗਏ, ਉਹਨਾਂ ਨੇ ਕਾਗਜ਼ ਦੇਖ ਕੇ ਉਹਨੂੰ ਵਾਪਸ ਕਰ ਦਿੱਤਾ। ਅੱਛਾ ਜੀ। ਉਹ ਸੈਮੀ ਕੌਨਸ਼ੀਅਸ ਜੀ ਸੀਗੀ, ਪਾਸਾ ਖੜਾ ਸੀਗਾ, ਰੋਂਦੇ ਕਲਾਉਂਦੇ ਆਉਂਦੇ ਸੀ। ਕਿਸੇ ਨੇ ਬਾਹਰ ਤੋਂ ਉਹਨਾਂ ਨੂੰ ਵੀਡੀਓ ਭੇਜ ਦਿੱਤੀ, ਖਰੜ ਦੇ ਕੋਲ ਖੜਾ ਕੇ ਉਹਨਾਂ ਨੇ ਗੱਡੀ ਸਾਰੀ ਸੁਣੀ,
ਰੋਂਦੇ ਕਲਾਉਂਦੇ ਸੀ, ਕੁਦਰਤੀ ਗੱਲ ਹੈ, ਮਦਰ ਸੀ ਨਾਲ, ਕਈ ਜਣੇ ਸੀ ਘਰ ਦੇ। ਉਹ ਚੁੱਪ ਕਰਾ ਕੇ ਉਹਨੂੰ ਵੀ ਸੁਣ, ਪਹਿਲਾਂ ਗੱਲ ਸੁਣ ਕੇ ਉਹਨਾਂ ਨੇ ਮੈਨੂੰ ਫੋਨ ਕਰਿਆ। ਮੈਂ ਕਿਹਾ ਜੀ ਕੋਈ ਗੱਲ ਨਹੀਂ ਇਹੀ ਜੀ, PGI ਨੇ ਆਈ ਨਹੀਂ ਤੁਹਾਨੂੰ ਮੋੜਿਆ ਵੀ ਇਹਨੇ ਮਰ ਜਾਣਾ, ਉਹ ਉਹਨਾਂ ਕੋਲ ਇਲਾਜ ਨਹੀਂ ਹੈ ਇਸ ਗੱਲ ਦਾ, ਉਹਨਾਂ ਨੇ ਤਾਂ ਤੁਹਾਨੂੰ ਵਾਪਸ ਕਰਿਆ, ਗੰਗਾ ਨਗਰ ਵਾਲਿਆਂ ਨੇ ਵੀ ਤਾਂ ਹੀ ਕਰਿਆ। ਤੋ ਚਲੋ ਉਹ ਆ ਗਏ, ਗੱਡੀ 'ਚ ਬਾਹਰ ਦੇਖੀ ਉੱਠ ਕੇ, 8-10 ਦਿਨ ਬਾਅਦ ਬੈਠੀ ਚੌਲ ਖਾਂਦੀ ਸੀਗੀ ਜਦ ਵੀਡੀਓ ਭੇਜਤੀ ਉਹਨਾਂ ਨੇ। ਕਿਉਂਕਿ ਇਹਨਾਂ ਸਿਸਟਮਾਂ ਵਿੱਚ ਦਾਵਾ ਇਸ ਕਰਕੇ ਹੈ ਵੀ ਠੀਕ ਹੁੰਦੇ, ਇਹਦੇ ਵਿੱਚ ਵੀ ਬਾਲਾ ਗੱਲ 'ਚ ਸਿੱਧੀ ਸਟੇਟ ਵੇ ਗੱਲ ਇੱਕ ਨਹੀਂ ਹੈ। ਜਿਹੜਾ ਕੇਸ ਤਾਜ਼ਾ ਹੈ ਜਿਵੇਂ ਅੱਜ ਕੱਲ੍ਹ ਦਾ ਹੋਇਆ ਵਾ 1-2 ਦਿਨ ਦਾ, ਉਹ ਤਾਂ ਬਹੁਤ ਛੇਤੀ ਇੰਪਰੂਵ ਹੁੰਦਾ ਹੈ, ਗਿਣਵੇਂ ਦਿਨਾਂ ਵਿੱਚ, ਕਈ ਤਾਂ ਦੂਜੇ ਤੀਜੇ ਦਿਨ ਵੀ ਤੁਰਨ ਲੱਗ ਪੈਂਦੇ। ਤੇ ਜਿਹੜੇ ਲੇਟ ਹੋ ਕੇ ਆਉਂਦੇ, ਕੋਈ ਸਾਲ ਬਾਅਦ, ਕੋਈ 2 ਬਾਅਦ, ਕੋਈ 4 ਬਾਅਦ, ਉਹਨਾਂ ਦੀ ਪੋਜੀਸ਼ਨ ਇੱਕ ਨਹੀਂ ਹੈ ਵੀ ਉਹ ਜਦੇ ਠੀਕ। ਇੱਕ ਤਾਂ ਟਾਈਮ ਬਹੁਤ ਡਿਊਰੇਸ਼ਨ ਲੱਗਦੀ ਹੈ, ਕਈ ਮਹੀਨੇ ਲੱਗ ਜਾਂਦੇ, ਤੇ ਨੰਬਰ ਦਾ ਉਹ 100% ਠੀਕ ਨਹੀਂ ਹੁੰਦੇ, ਕੋਈ 50%, ਕੋਈ 30%, ਕੋਈ 70% ਇੱਕਣ ਹੁੰਦੇ। ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਬਣਤਰ ਹੈ, ਸਾਰੇ ਇੱਕ ਸਾਰ ਦਾ ਕੋਈ ਨਿਯਮ ਲਾਗੂ ਨਹੀਂ ਹੁੰਦਾ ਕਿਸੇ ਦੇ ਉੱਪਰ ਵੀ। ਤੋ ਜਿਹੜੇ ਤਾਜ਼ੇ ਕੇਸ ਆਉਂਦੇ ਆ ਉਹਨਾਂ ਵਿੱਚ ਤਾਂ ਦਾਸਰੇ ਨੇ ਦੇਖਿਆ, ਜਲੰਧਰ ਦੇ ਜ਼ਿਲ੍ਹੇ 'ਚ ਸ਼ਾਹਕੋਟ ਪਿੰਡ ਹੈ, ਰਘਵੀਰ ਸਿੰਘ ਨਾਂ ਦਾ ਇੱਕ ਵਿਅਕਤੀ, ਉਹਨੂੰ ਜਿੱਦਣ ਹੋਇਆ ਉਹ ਜਦੇ ਚੱਕ ਲਿਆ, ਕਿਉਂਕਿ ਉਸ ਪਿੰਡ 'ਚ 15-20 ਕੇਸ ਹੋਰ ਪਹਿਲਾਂ ਵੀ ਠੀਕ ਹੋਏ ਸੀ, ਉਹਨਾਂ ਨੂੰ ਪਤਾ ਸੀਗਾ। ਜਦੋਂ ਲਿਆਏ ਤਾਂ ਉਹਦੀ ਨਿਗਾਹ ਵੀ ਚਲੇ ਗਈ ਹੋਈ ਸੀਗੀ ਔਰ ਜ਼ਬਾਨ ਵੀ ਬੰਦ ਹੋ ਗਈ ਸੀ, ਰਾਈਟ ਸਾਈਡਡ ਸੀਗਾ ਉਹਦਾ। ਦਵਾਈ ਲੈ ਕੇ ਚਲੇ ਗਏ, ਸ਼ਾਮ ਨੂੰ 3 ਘੰਟੇ ਲੱਗੇ ਉਹਨਾਂ ਨੂੰ ਇੱਥੋਂ ਜਾਣ ਨੂੰ। ਸ਼ਾਮ ਨੂੰ ਉਹਨੇ ਉੱਠ ਕੇ ਆਪ ਨੇ ਗੱਡੀ 'ਚੋਂ ਉਤਰ ਕੇ ਆਪ ਪਿਸ਼ਾਬ ਕਰ ਲਿਆ। ਉਹ ਕਹੀ ਜਾਣ ਬਾਪੂ ਤੈਨੂੰ ਫੜ ਲੈਣਾ, ਤੈਂ ਗਿਰ ਜਾਣਾ, ਤੈਨੂੰ ਫੜਦੇ ਆ। ਉਹ ਕਹਿੰਦਾ ਹਟੋ ਪਿੱਛੇ, ਤੁਸੀਂ ਮੈਨੂੰ ਪਿਸ਼ਾਬ ਕਰਨ ਦਿਓ। ਹਾਲਾਂਕਿ ਨਿਗਾਹ ਨਹੀਂ ਸੀ, ਕੰਧ ਨੂੰ ਹੱਥ ਲਾ ਕੇ ਅੰਦਰ ਜਾ ਵੜਿਆ। ਕਹਿੰਦੇ ਅਸੀਂ ਬਾਹਰ ਖੜੇ ਵੀ ਡਰੀ ਗਏ ਵੀ ਬਾਪੂ ਨੇ ਗਿਰ ਪੈਣਾ, ਪੁੱਛੀ ਵੀ ਗਏ ਵੀ ਬਾਪੂ ਫੜੀਏ, ਉਹ ਕਹਿੰਦਾ ਨਾ ਤੁਸੀਂ ਪਿੱਛੇ ਰਹੋ, ਮੈਂ ਆਪੇ ਕਰਨਾ। ਨਿਗਾਹ ਹੈ ਨਹੀਂ ਸੀਗੀ, ਕੰਧ ਪਕੜ ਕੇ ਬਾਹਰ ਆ ਗਿਆ। ਫਿਰ ਬਿਠਾਇਆ, ਦੂਜੇ ਤੀਜੇ ਦਿਨ ਉਹਦੀ ਨਿਗਾਹ ਵਾਪਸ ਆ ਗਈ, 5ਵੇਂ-6ਵੇਂ ਦਿਨ ਜ਼ਬਾਨ ਚੱਲ ਪਈ। ਉਹ ਜੇ ਉਹਦਾ ਨੰਬਰ ਸਾਡੇ ਕੋਲ ਹੈਗਾ, ਜਦ ਨੰਬਰ ਕਿਸੇ ਨੂੰ ਦਿੰਦੇ ਆ ਨਾ ਅਸੀਂ, ਕਈ ਦਫਾ ਸਾਡੇ ਕੋਲ ਪੇਸ਼ੈਂਟ ਬੈਠੇ ਹੁੰਦੇ, ਉੱਥੇ ਉਹ ਜਦੇ ਮਿਲਾ ਲੈਂਦੇ ਫੋਨ, ਉੱਚਾ ਕਰ ਲੈਂਦੇ ਆਵਾਜ਼ ਨੂੰ, ਅਸੀਂ ਵੀ ਸੁਣਦੇ ਹੁੰਦੇ। ਉਹ ਤਾਂ ਇੰਨਾ ਕੁਝ ਬੋਲਦਾ ਸਾਡੇ ਬਾਰੇ, ਦੱਸਦਾ, ਫਿਰ ਅਸੀਂ ਤਾਂ ਆਪਣੇ ਬਾਰੇ ਕੁਝ ਕਹਿ ਨਹੀਂ ਸਕਦੇ। ਉੱਕਣ ਮਤਲਬ ਬਹੁਤ ਜ਼ਿਆਦਾ ਯੂਲੋਜਾਈਜੇਸ਼ਨ ਜਿੱਕਣ ਹੁੰਦੀ। ਇੱਕ ਬੰਦਾ ਜਦ ਠੀਕ ਹੁੰਦਾ ਹੈ ਤਾਂ ਉਹ ਖਾਸ ਕਰਕੇ ਇਹੀ ਜਿਹੀ ਬਿਮਾਰੀ ਵਾਲਾ ਕਿੰਨੀਆਂ ਸੀਸਾਂ ਦਿੰਦਾ ਹੈ, ਸਾਨੂੰ ਉਹੀ ਸੀਸਾਂ ਫਲਦੀਆਂ। ਕਾਰਨ ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਇਹ ਕਈ ਵਾਰੀ ਤੇ ਮੰਨਿਆ ਜਾਂਦਾ ਨਾ ਬੰਦੇ ਕੋਲ ਉੱਤੋਂ ਹੀ ਕੋਈ ਬਾਬੇ ਦੀ ਦਾਤ ਹੀ ਹੈਗੀ ਹੈ, ਕਿ ਬਖਸ਼ਿਸ਼ ਹੈਗੀ ਹੈ ਕਿ ਬੰਦੇ ਦਾ ਠੀਕ ਹੋ ਜਾਂਦਾ, ਜਾਂ ਤੁਸੀਂ ਦਵਾਈ ਤਿਆਰ ਕੀਤੀ ਇਸ ਚੀਜ਼ ਦੀ? ਨਹੀਂ ਦੇਖੋ, ਬਖਸ਼ਿਸ਼ ਤਾਂ ਪਿੱਛੇ ਹੈ ਹੀ ਬੈਕਗਰਾਊਂਡ 'ਚ। ਜੇ ਪ੍ਰਮਾਤਮਾ ਦੀ ਨਿਗਾਹ ਸਿੱਧੀ ਹੈ ਤਾਂ ਹੀ ਪੇਸ਼ੈਂਟ ਨੇ ਠੀਕ ਹੋਣਾ, ਅਦਰਵਾਈਜ਼ ਹੁੰਦਾ ਹੀ ਨਹੀਂ। ਕਰਮ ਚੱਕਰ ਹੈ ਆਪਣਾ, ਜਿੱਥੇ ਜਿੱਥੇ ਦੇਣਾ ਲੈਣਾ ਕਰਨਾ ਉਹ ਵੀ ਬਣਦਾ ਹੈ। ਇਹ ਤਾਂ ਥਿਊਰੀ ਹੈ ਹੀ ਹੈ ਧਾਰਮਿਕ, ਪਰ ਦਵਾਈ ਤਾਂ ਦਵਾਈ ਹੈ, ਬਿਮਾਰੀ ਦੀ ਦਵਾਈ ਹੈਗੀ ਹੈ। ਇਹ ਵੀ ਸ਼ਰ੍ਹਾ ਦੇ ਵਿੱਚ ਹੈ, ਕੋਈ ਸ਼ਰ੍ਹਾ ਤੇ ਬਾਹਰ ਨਹੀਂ ਹੈ। ਤੋ ਨਥਲਪੁਰ ਵਾਲੇ ਬਾਬਾ ਜੀ ਸਾਡੇ ਏਰੀਏ 'ਚ ਹੋਏ ਹੈ, ਉਹ ਕਿਹਾ ਕਰਦੇ ਸੀਗੇ ਵੀ ਜਪਜੀ ਸਾਹਿਬ ਹੀ ਸਾਰੀਆਂ ਦਾਰੂਆਂ ਦਾ ਦਾਰੂ ਹੈ, ਸੁਖਮਨੀ ਸਾਹਿਬ ਪੜ੍ਹੋ ਭਾਈ, ਇਹੀ ਦਾਰੂ ਹੈ। ਤਾਂ ਦਾਸਰੇ ਨੂੰ ਵੀ ਇੱਕ ਨੇ ਬਚਨ ਕਰਿਆ ਸੀ ਉਹਨਾਂ ਨੇ ਵੀ ਜਪਜੀ ਸਾਹਿਬ ਪੜ੍ਹਿਆ ਕਰੋ ਸਾਊ, ਇਹੀ ਡਾਕਟਰੀ ਹੈ, ਜਦੋਂ ਸ਼ੁਰੂ ਕਰਿਆ ਹੀ ਸੀ ਅਜੇ ਕੰਮ। ਚਲੋ ਉਹ ਤਾਂ ਆਪਣੀ ਜਗ੍ਹਾ ਹੈ ਹੀ ਹੈ, ਪਰ ਜਿਹੜਾ ਦਵਾਈ ਹੈ ਹੋਮੋਪੈਥਿਕ ਸਿਸਟਮ 'ਚ ਔਰ ਆਯੁਰਵੈਦਿਕ ਸਿਸਟਮ 'ਚ, ਇਹ ਤਾਂ ਕਮਾਲ ਹੈ, ਜਾਦੂ ਹੈ। ਜਾਦੂ ਵੀ ਐਸਾ ਹੈ ਵੀ ਦਾਸਰੇ ਤੋਂ ਤੁਸੀਂ ਹਜ਼ਾਰਾਂ ਨੰਬਰ ਲੈ ਸਕਦੇ ਹੈ, ਹਰ ਸ਼ਹਿਰ ਦੇ ਹੈ ਔਰ ਬਾਹਰ ਦੇ ਵੀ, ਅਮਰੀਕਾ, ਕੈਨੇਡਾ, ਜਰਮਨੀ, ਹਾਂਗਕਾਂਗ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਦੇ ਲੈ ਲਓ। ਜਿਵੇਂ ਇੱਕ ਤੁਹਾਨੂੰ ਮੈਂ ਦੱਸਾਂ, USA ਦੇ ਵਿੱਚ ਸਿਮਰਨਜੀਤ ਸਿੰਘ ਹੈ ਕੋਈ, ਉਹ ਵੀ ਸ਼ਾਹਕੋਟ ਦਾ ਹੀ ਹੈ। ਉਹਨੂੰ MS ਹੋ ਗਿਆ, ਉਹਨੇ ਉੱਧਰ ਕਰਾਇਆ ਚੈੱਕ, ਨੌਜਵਾਨ ਹੈ ਹਾਲਾਂਕਿ। MS ਬੜੀ ਗੰਭੀਰ ਬਿਮਾਰੀ ਹੈ, ਹੁੰਦੀ ਇਹਦੇ ਨਾਲ ਰਿਲੇਟਡ ਹੈ, ਅਧਰੰਗ ਵਰਗੀ ਹੁੰਦੀ, ਹੱਥ ਪੈਰ ਵੀ ਖੜ ਜਾਂਦੇ ਆ, ਨਿਗਾਹ ਵੀ ਚਲੇ ਜਾਂਦੀ ਹੈ ਉਹਦੇ 'ਚ। ਉਹਨੂੰ ਉੱਧਰ ਡਿਕਲੇਅਰ ਕਰਤਾ ਉਹਨਾਂ ਨੇ ਵੀ ਤੈਨੂੰ MS ਹੈ। ਉਹ ਕਹਿੰਦਾ ਜੀ ਕਰੋ ਫਿਰ ਕੁਛ ਟਰੀਟਮੈਂਟ। ਉਹ ਕਹਿੰਦੇ ਵੀ ਹੈਵ ਨੋ ਟਰੀਟਮੈਂਟ। ਫਿਰ ਉਹਨੂੰ ਚਿੰਤਾ ਲੱਗੀ, ਉਹਨੇ ਮੇਰੇ ਨਾਲ ਕੰਟੈਕਟ ਕਰਿਆ। ਮੈਂ ਕਿਹਾ ਵੀ ਕੋਈ ਨਹੀਂ, ਇਹਨਾਂ ਮੈਡੀਸਨਾਂ ਵਾਸਤੇ ਇਹ ਬੜੀ ਗੱਲ ਨਹੀਂ ਹੈ। ਉਹਨਾਂ ਨੇ ਤੁਹਾਨੂੰ ਸਹੀ ਕਿਹਾ, ਉਹਨਾਂ ਕੋਲ ਕੋਈ ਟਰੀਟਮੈਂਟ ਨਹੀਂ ਹੈਗਾ। ਤੁਸੀਂ ਦੇਖ ਲਓ, ਮੈਂ ਤੁਹਾਨੂੰ ਉਹਦਾ ਵੀ ਨੰਬਰ ਦੇ ਸਕਦਾ, USA ਦਾ। 1-1.5 ਮਹੀਨੇ ਦੇ ਵਿੱਚ ਉਹ ਕੰਪਲੀਟਲੀ ਕਿਉਰ ਹੋ ਗਿਆ। ਹਾਲਾਂਕਿ MS ਮਲਟੀਪਲ ਸਕਲੈਰੋਸਿਸ ਬਹੁਤ ਡੇਂਜਰਸ ਬਿਮਾਰੀ ਹੈ। ਮਰੀਜ਼ ਐਂ ਤੁਰਦਾ ਜਿੱਕਣ ਲੜਖੜਾਉਂਦੇ ਹੁੰਦੇ ਆ, ਪਹਿਲਾਂ ਨਿਗਾਹ ਚਲੇ ਜਾਂਦੀ, ਹੌਲੀ ਹੌਲੀ ਤਾਂ ਫਿਰ ਕੰਪਲੀਟਲੀ ਬੈੱਡ ਰਿਡਨ ਹੋ ਜਾਂਦਾ ਉਹਦੇ 'ਚ। ਤੋ ਇੱਕ ਇਹਦੇ 'ਚ ਸਭ ਤੋਂ ਵੱਡੀ ਗੱਲ ਹੈ ਛੇਤੀ ਆਉਣਾ। ਜਿੰਨਾ ਪੇਸ਼ੈਂਟ ਜਲਦੀ ਆਊਗਾ, ਇਹਦੇ 'ਚ ਘੰਟਿਆਂ ਦਾ ਵੀ ਫਰਕ ਪੈਂਦਾ। ਜੇ ਅੱਜ ਹੋਇਆ ਕਿਸੇ 2 ਪੇਸ਼ੈਂਟਾਂ ਨੂੰ, ਜਿਹੜਾ ਅੱਜ ਆ ਗਿਆ ਉਹਨੇ ਜਿਹੜਾ ਕੱਲ੍ਹ ਨੂੰ ਆਊਗਾ ਉਹਦੇ ਨਾਲੋਂ ਕਿਤੇ ਪਹਿਲਾਂ ਠੀਕ ਹੋ ਜਾਣਾ।
ਟਾਈਮ ਡਿਊਰੇਸ਼ਨ ਦਾ ਬਹੁਤ ਮਹੱਤਵ ਹੈ ਇਹਦੇ 'ਚ। ਮਤਲਬ ਕਿ ਜੇ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਆਇਆ, ਲਕਵਾ ਹੋਇਆ ਨਾ, ਤੇ ਉਹ ਤੁਹਾਡੇ ਕੋਲ ਜੇ ਛੇਤੀ ਤੋਂ ਛੇਤੀ ਆ ਜਾਂਦਾ ਤੇ ਤੁਸੀਂ ਉਸ ਨੂੰ ਦਾਅਵਾ ਕਰਦੇ ਹੋ ਚੰਗੀ ਤਰ੍ਹਾਂ ਠੀਕ ਕਰਨ ਦਾ। ਬਿਲਕੁਲ ਕਰਦੇ ਹਾਂ ਜੀ, ਕੋਈ ਡਾਊਟ ਨਹੀਂ ਹੈ, ਰੱਬ ਤੋਂ ਡਰ ਕੇ ਕਹਿ ਰਹੇ ਹਾਂ। 100% ਠੀਕ ਹੋ ਜਾਂਦੇ, ਕੋਈ 2 ਮਹੀਨੇ ਡੇਢ ਬਾਅਦ ਪਛਾਣ ਨਹੀਂ ਸਕਦਾ ਵੀ ਇਹਨੂੰ ਕੁਝ ਹੋਇਆ ਸੀਗਾ। ਹੁਣ ਤੱਕ ਜਿਹੜੇ ਵੀ ਤੁਹਾਡੇ ਕੋਲ ਕੇਸ ਆਏ, ਜਿਵੇਂ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਆਇਆ, ਉਹ ਅਗਲੇ 24 ਘੰਟਿਆਂ ਦੇ ਵਿੱਚ ਵੀ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਨਾ, ਉਹਨਾਂ ਕੇਸਾਂ ਦੇ ਵਿੱਚ ਮਤਲਬ ਕਿੰਨੇ ਤੁਸੀਂ ਕੇਸ ਠੀਕ ਕੀਤੇ? ਕੋਈ ਅਜਿਹਾ ਵੀ ਕੇਸ ਆ ਜਿਹੜਾ ਅੜ ਗਿਆ ਕਿ 24 ਘੰਟਿਆਂ 'ਚ ਹੋਇਆ ਹੋਵੇ? ਹਾਂ, ਉਹ ਵੀ ਸੁਣੋ। ਮੇਰਾ ਆਪਣਾ ਪਿੰਡ ਪਪਰਾਲੀ ਹੈ, ਕਰਾਲੀ ਦੇ ਕੋਲ ਹੈ। ਪਪਰਾਲੀ ਪਿੰਡ 'ਚ ਪਹਿਲਾਂ ਮੈਂ ਉੱਥੇ ਹੀ ਰਹਿੰਦਾ ਸੀਗਾ, ਹੁਣ ਤਾਂ ਚਲੋ ਸ਼ਹਿਰ 'ਚ ਆ ਗਏ। 49 ਕੇਸ ਪੈਰਾਲਾਈਸਿਸ ਦੇ ਪਿਛਲੇ 20-30 ਸਾਲਾਂ 'ਚ ਹੋ ਲਏ ਹੈ। ਉਹਨਾਂ 49 ਦੇ ਵਿੱਚੋਂ 48 ਠੀਕ ਹੈ, ਇੱਕ ਅੜਿਆ ਵਾ ਉਹ ਨਹੀਂ ਠੀਕ ਹੋਇਆ ਪਪਰਾਲੀ ਪਿੰਡ ਵਿੱਚ। ਪਪਰਾਲੀ ਪਿੰਡ 'ਚ ਉਹਦੇ 'ਤੇ ਅਸੀਂ ਵੀ ਜ਼ੋਰ ਲਾ ਲਿਆ, ਹੁਣ ਬਾਅਦ ਵਿੱਚ ਤਾਂ ਉਹਨਾਂ ਨੇ ਹੋਰ ਵੀ ਕਈ ਜਗ੍ਹਾ ਵਿਚਾਰੇ ਘੁੰਮ ਫਿਰ ਕੇ ਹੁਣ ਹਟ ਗਏ, ਕਹਿੰਦੇ ਵੀ ਹੁਣ ਨਹੀਂ ਕੋਈ ਇਲਾਜ ਇਹਦਾ, ਉਹ ਨਹੀਂ ਠੀਕ ਹੋਇਆ। ਹੁਣ ਉਹਦੇ 'ਚ ਸਾਡੀ ਵੀ ਬੇਵਸੀ, ਹੈਲਪਲੈਸਨੈਸ ਹੈ। ਜਿਹਦਾ ਕਰਮ ਚੱਕਰ ਐਸਾ ਹੋਵੇ, ਮਹਾਰਾਜ ਨੇ ਉਹਨੂੰ ਤਕਲੀਫ ਦੇਣੀ, ਅਸੀਂ ਵੀ ਉਹਨੂੰ ਕਿਆ ਕਰ ਸਕਦੇ ਹਾਂ? ਅਸੀਂ ਵੀ ਤਾਂ ਉਸੇ ਦੇ ਵਿਚੋਲੇ ਹਾਂ। ਵੈਸੇ 48 ਕੇਸਿਸ ਬਿਲਕੁਲ ਠੀਕ ਹੋਏ, ਜਿਨ੍ਹਾਂ 'ਚ ਹੁਣ ਕਈ ਤਾਂ ਫੌਤ ਵੀ ਹੋ ਗਏ। ਦੇਰ ਦੀ ਗੱਲ ਹੈ, ਪਿਛਲੇ 20-25-30 ਸਾਲਾਂ ਤੋਂ। ਸੋ ਇਸ ਤਰ੍ਹਾਂ ਦੀ ਗੱਲ ਹੈ ਵੀ 100 'ਚੋਂ 1-2 ਕੇਸ ਤਾਂ ਸਾਡੇ ਕੋਲ ਵੀ ਅੜ ਜਾਂਦੇ, ਇਹ ਤਾਂ ਕੋਈ ਗੱਲ ਨਹੀਂ ਹੈ। ਠੀਕ ਹੈ ਨਾ। ਹੈ 2 ਜਾਂ 3 ਕੇਸ, ਮੇਰਾ ਖਿਆਲ ਹੈ ਵੀ ਲੱਖ ਤੋਂ ਉੱਪਰ ਕੇਸ ਸਾਡੇ ਕੋਲ ਆ ਲਏ ਹੁਣ ਤਾਈਂ। 2 ਜਾਂ 3 ਕੇਸ ਐਸੇ ਹੈ ਜਿਨ੍ਹਾਂ 'ਚੋਂ ਇੱਕੋ ਪਪਰਾਲੀ ਵਾਲਾ ਵੀ ਹੈ, ਜਿਹੜੇ ਨਹੀਂ ਠੀਕ ਹੋਏ, ਬਾਕੀ ਠੀਕ ਹੋ ਜਾਂਦੇ। ਔਸਤ ਸਾਡੀ ਬਹੁਤ ਜ਼ਿਆਦਾ ਹੈ। ਜੇ ਤਾਜ਼ੇ ਕੇਸਾਂ ਦੀ ਔਸਤ ਕੱਢੀਏ ਤਾਂ 96-7% ਤੱਕ ਵੀ ਹੈ, ਠੀਕ ਹੋ ਜਾਂਦੇ। ਤੇ ਦਵਾਈ ਤੁਸੀਂ ਖੁਦ ਤਿਆਰ ਕਰਦੇ ਹੋ ਜਾਂ ਮਤਲਬ ਕਿ ਤੁਸੀਂ ਬਾਹਰੋਂ ਮੰਗਵਾਉਂਦੇ ਹੋ? ਤੇ ਦਵਾਈ ਤਿਆਰ ਕਰਨ ਦਾ ਆਪਾਂ ਕਹਿ ਸਕਦੇ ਗੋਰ ਹੈਗਾ ਸੀਗਾ, ਉਹ ਤੁਹਾਡੇ ਬਜ਼ੁਰਗਾਂ ਦਾ ਜਾਂ ਉਸ ਤੋਂ ਬਾਅਦ ਤੁਸੀਂ? ਨਹੀਂ, ਬਜ਼ੁਰਗ ਤਾਂ ਸਾਡੇ ਖੇਤੀ ਵਾਲੇ ਸੀਗੇ, ਬਜ਼ੁਰਗਾਂ ਨੇ ਤਾਂ ਨਹੀਂ ਇਹਦੇ 'ਚ ਬਹੁਤਾ ਰੋਲ ਕਰਿਆ। ਗੁਰਬਾਣੀ ਨਾਲ ਜੁੜੇ ਹੋਏ ਸੀਗੇ ਪਹਿਲਾਂ ਤੋਂ ਹੀ, ਸਾਡੇ ਗ੍ਰੇਟ ਗ੍ਰੈਂਡਫਾਦਰ ਹੁੰਦੇ ਸੀ, 8 ਪਹਿਰ ਦਾ ਸਿਮਰਨ ਵੀ ਕਰਦੇ ਹੁੰਦੇ ਸੀ। ਪਰ ਦਵਾਈਆਂ ਵਾਸਤੇ ਨਹੀਂ ਬਿਲਕੁਲ ਵੀ ਸਾਨੂੰ ਉੱਧਰੋਂ ਕੋਈ ਮਦਦ ਮਿਲੀ। ਇਹ ਤਾਂ ਬਸ ਐਂ ਸਮਝ ਲਓ ਵੀ ਮੈਂ ਡਾਕਟਰੀ 'ਚ ਗਿਆ, ਫਿਰ ਮੇਰਾ ਪਰਿਵਾਰ ਸਾਰਾ ਹੀ, ਮੇਰੀ ਮਿਸਿਜ਼ ਵੀ, ਲੜਕੀ PGI ਚੰਡੀਗੜ੍ਹ ਲੱਗੀ ਹੋਈ, ਲੜਕਾ ਤੇ ਨੂੰਹ ਉਹ ਵੀ ਡਾਕਟਰ ਮੇਰੇ ਨਾਲੇ ਬੈਠਦੇ ਹੈ, ਭਤੀਜਾ ਭਤੀਜੀ ਸਭ ਡਾਕਟਰ ਹੈ, ਸਾਡਾ ਫੈਮਿਲੀ ਉੱਧਰ ਨੂੰ ਚੱਲ ਪਈ ਹੈ। ਤੋ ਇਹਦੇ ਵਿੱਚ 2 ਸਿਸਟਮ ਅਸੀਂ ਯੂਜ਼ ਕਰਦੇ ਹਾਂ, ਇੱਕ ਹੋਮੋਪੈਥਿਕ, ਇੱਕ ਆਯੁਰਵੈਦਿਕ। ਅੱਛਾ, ਮਿਕਸ ਕਰਦੇ? ਹਾਂ, ਅਸੀਂ ਕੁਆਲੀਫਾਈਡ ਹਾਂ ਤਿੰਨੇ ਜਣੇ। ਤੇ ਇਹ ਫਿਰ ਇਹਨਾਂ ਸਿਸਟਮਾਂ ਦੇ ਵਿੱਚ ਇਹਦਾ ਇਲਾਜ ਬਹੁਤ ਪੱਕਾ ਹੈ। ਮਤਲਬ ਜਿੰਨਾ ਵੀ ਕਹਿ ਦਿਓ ਉਨਾ ਹੀ ਸੱਚ ਹੈ, ਇਹਦੇ 'ਚ ਕੋਈ ਰੱਤੀ ਭਰ ਵੀ ਝੂਠ ਨਹੀਂ ਹੈ। ਇਹ ਗੱਲ ਜੁਦੀ ਹੈ ਵੀ ਜੇ ਹੁਣ 100 ਕੇਸ ਆਉਂਦੇ, 100 ਚੋਂ 1 ਜਾਂ 2 ਰਹਿ ਜਾਂਦੇ ਆ, ਫਿਰ ਅਸੀਂ ਉੱਥੇ ਬੇਵਸ ਹਾਂ, ਉੱਥੇ ਕੁਝ ਨਹੀਂ ਕਰਦੇ। ਇੰਨੀ ਐਵਰੇਜ ਹੋਣੀ ਤਾਂ ਬਹੁਤ ਬੜੀ ਗੱਲ ਹੈ। ਇੰਨੀ ਐਵਰੇਜ। ਹਸਪਤਾਲ ਵੀ ਬਣਾਇਆ ਹੋਇਆ? ਹਾਂ, ਬਣਾਇਆ ਵਾ, ਕਾਈਨੌਰ ਹੈ ਸਾਡਾ ਹਸਪਤਾਲ। ਅੱਛਾ, ਕਾਈਨੌਰ ਕਿਹੜੀ ਥਾਂ ਦੇ ਉੱਤੇ? ਕਾਈਨੌਰ ਅੱਡੇ ਦੇ ਵਿੱਚ ਹੀ ਹੈ, ਕੁਰਾਲੀ ਕਿ ਰੋਪੜ ਦੇ ਵਿੱਚ? ਕਾਈਨੌਰ ਜਦੋਂ ਮੋਰਿੰਡੇ ਤੋਂ ਰੋਪੜ ਨੂੰ ਜਾਂਦੇ ਉਸ ਸੜਕ ਦੇ ਉੱਤੇ ਹੈ। ਅੱਛਾ ਜੀ। ਹਾਂਜੀ, ਕਾਈਨੌਰ ਕਸਬਾ ਜਿਹਾ ਹੀ ਹੈ, ਪਿੰਡ ਤਾਂ ਪਿੱਛੇ ਹੈ। ਸੜਕ ਦੇ ਉੱਤੇ ਮਾਰਕੀਟ ਬਣੀ ਹੋਈ ਹੈ, 200-250-300 ਦੁਕਾਨ ਹੈ ਉੱਥੇ। ਉੱਥੇ ਹੀ ਅਸੀਂ ਬੈਠਦੇ ਹਾਂ। ਇੱਕ ਕਿਸਮ ਦਾ ਉਹ ਟਾਊਨ ਆਲੇ ਦੁਆਲੇ ਦੇ ਪਿੰਡਾਂ ਦਾ ਉਹ ਹੈਗਾ। ਜਿੱਦਾਂ ਕਿ ਇਹਦਾ ਵਿਦੇਸ਼ਾਂ ਵਿੱਚ ਵੀ ਇਲਾਜ ਨਹੀਂ, ਤੇ ਆਪਣੇ ਇੱਥੇ ਭਾਰਤ ਦੇ ਜਿਹੜੇ ਹਸਪਤਾਲ ਹੈਗੇ ਨੇ ਨਾ, ਉਹਨਾਂ ਵਿੱਚ ਵੀ ਨਹੀਂ, ਐਲੋਪੈਥੀ ਵਿੱਚ ਇਲਾਜ ਨਹੀਂ ਹੈਗਾ। ਤੇ ਫਿਰ ਤੁਹਾਡੇ ਕੋਲ ਜੇ ਇਲਾਜ ਹੈਗਾ, ਤੁਹਾਡੀ ਚਰਚਾ ਵੀ ਪੂਰੀ ਹੈਗੀ ਹੈ, ਵਿਦੇਸ਼ਾਂ ਤੱਕ ਤੁਹਾਡੀ ਚਰਚਾ ਹੈਗੀ ਹੈ ਨਾ, ਤੇ ਜਿਹੜੇ ਵਿਗਿਆਨੀ ਨੇ ਜਾਂ ਐਲੋਪੈਥੀ ਦੇ ਸੀਨੀਅਰ ਡਾਕਟਰ ਨੇ ਕਦੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਕਿ ਭਾਈ ਸਾਨੂੰ ਵੀ ਦਵਾਈ ਦਿਓ, ਅਸੀਂ ਵੀ ਇਲਾਜ ਕਰੀਏ ਬੰਦਿਆਂ ਦਾ? ਸੁਣੋ, ਡਾਕਟਰ ਮਨਿੰਦਰ ਸਿੰਘ ਹੈ PGI 'ਚ, ਉਹਨਾਂ ਦੇ ਪਿਤਾ ਜੀ ਨਾਲ ਵੀ ਸਾਡੇ ਰਿਲੇਸ਼ਨ ਚੰਗੇ ਆ, ਪ੍ਰਿੰਸੀਪਲ ਰਿਟਾਇਰ ਹੋਏ ਉਹ ਵੀ ਸਾਡੇ ਕੋਲ 2-3 ਵਾਰ ਆਲੇ, ਬਹਿ ਜਾਂਦੇ ਕੋਲ, ਕਈ ਵਾਰ ਦੇਖਦੇ ਵੀ ਹੈ, ਫਿਰ ਪੇਸ਼ੈਂਟਾਂ ਦੇ ਬਾਰੇ ਸੁਣਦੇ ਵੀ ਹਾਂ ਵੀ ਪੇਸ਼ੈਂਟ ਕਿਵੇਂ ਕਿਆ ਕਮੈਂਟ ਬੋਲਦੇ। ਉਹ ਇੰਨੇ ਪ੍ਰਭਾਵਿਤ ਹੈ। ਫਿਰ ਇੱਕ ਵਾਰ ਸਾਡੇ ਕੋਲ ਡਾਕਟਰ ਪੁਰੀ ਹੈ ਕੋਈ DMC ਦੇ, ਉਹ ਆਏ, ਉਹਨਾਂ ਦੇ ਜੀਜਾ ਜੀ ਨੂੰ ਵੀ ਹੋਇਆ ਵਾ ਸੀਗਾ, ਉਹਨੂੰ ਵੀ ਲੈ ਕੇ ਆਏ ਸੀ ਉਹ। ਸੋ ਪੁੱਛਦੇ ਵੀ ਹੈ, ਫਿਰ ਦੱਸੀ ਦਾ ਉਹਨਾਂ ਨੂੰ ਵੀ, ਦੇਖੋ ਭਾਈ ਆਹ ਕਿਤਾਬ ਪਈ ਹੈ, ਤੁਸੀਂ ਤਾਂ ਡਾਕਟਰ ਹੈ, ਪੜ੍ਹੋ, ਇਹਦੇ 'ਚ ਕੋਈ ਇੱਕ ਦਵਾਈ ਤਾਂ ਹੈ ਨਹੀਂ ਹੈ। ਇਹ ਸਿਸਟਮ ਬਿਲਕੁਲ ਅਜੀਬ ਹੈ, ਹੋਰਾਂ ਸਿਸਟਮਾਂ ਵਰਗਾ ਨਹੀਂ ਹੈ ਵੀ ਆਹ ਦਵਾਈ ਹੈ ਚੱਕ ਕੇ ਦੇ ਦਿਓ। ਨਹੀਂ, ਸਾਈਡਾਂ ਦੀਆਂ ਹੋਰ ਹੈ, ਰਾਈਟ ਸਾਈਡ ਦੀਆਂ ਕੋਈ ਵੀ ਬਿਮਾਰੀ ਹੋਵੇ। ਮੈਂ ਇੱਕ ਮਿਸਾਲ ਦੇ ਤੌਰ 'ਤੇ ਫਰਜ਼ ਕਰੋ ਕਿਸੇ ਨੂੰ ਸਿਰ ਦੁਖਦਾ ਹੈ, ਹੈਡੇਕ ਜਾਂ ਮਾਈਗ੍ਰੇਨ ਹੈ, ਸੱਜੇ ਪਾਸੇ ਦੀਆਂ ਹੋਰ ਦਵਾਈਆਂ, ਖੱਬੇ ਦੀਆਂ ਹੋਰ ਹੈ। ਫਰੰਟਲ ਮੱਥਾ ਦੁਖਦਾ ਤਾਂ ਹੋਰ ਹੈ, ਜੇ ਪਿੱਛੋਂ ਗਿੱਚੀ ਆਕਸੀਪੀਟਲ ਪੇਨ ਹੈ ਤਾਂ ਹੋਰ ਦਵਾਈਆਂ ਹੈ। ਸੂਰਜ ਨਾਲ ਦੁਖਦਾ ਤਾਂ ਹੋਰ ਹੈ, ਪੱਖੇ ਨਾਲ ਦੁਖਦਾ, ਹਵਾ ਨਾਲ ਤਾਂ ਹੋਰ ਦਵਾਈਆਂ ਹੈ। ਜੇ ਖੁਸ਼ਬੂ ਵਾਲੀਆਂ ਚੀਜ਼ਾਂ ਨਾਲ ਦੁਖਦਾ ਤਾਂ ਹੋਰ ਦਵਾਈਆਂ ਹੈ। ਇਸ ਤਰ੍ਹਾਂ ਜੇ ਦੱਬਣ ਨਾਲ ਆਰਾਮ ਆਉਂਦਾ ਤਾਂ ਹੋਰ ਹੈ, ਜੇ ਦੱਬਣ ਨਾਲ ਵੱਧਦਾ ਦਰਦ ਤਾਂ ਹੋਰ ਦਵਾਈਆਂ ਹੈ। ਇਹ ਕੋਈ ਇੱਕ ਨਹੀਂ ਹੈ, ਇਹਦੇ ਤਾਂ ਮਿਹਨਤ ਬਹੁਤ ਕਰਨੀ ਪੈਂਦੀ ਹੈ। ਪਹਿਲਾਂ ਸਾਰੀ ਉਮਰੇ ਲੱਗ ਗਈ ਵਰਕ ਕੇ ਇਸੇ ਕੰਮ 'ਚ, ਹੌਲੀ ਹੌਲੀ ਹੁਣ ਜਾ ਕੇ ਪਿਛਲੇ 5-10 ਸਾਲ ਤੋਂ ਤਜਰਬਾ ਜ਼ਿਆਦਾ ਹੋਇਆ,
ਪਹਿਲਾਂ ਤਾਂ ਸਾਨੂੰ ਮਿਹਨਤ ਕਰਨੀ ਓ ਪਈ ਹੈ। ਆਏ ਨਹੀਂ ਵੀ ਸਿੱਧਾ ਕਿਸੇ ਨੇ ਸਾਨੂੰ ਆਪਣਾ ਤਜਰਬਾ ਦਿੱਤਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਠੀਕ। ਅਖੀਰ 'ਚ ਮੈਨੂੰ ਦੱਸੋ ਤੁਸੀਂ ਕਿ ਬਾਈ ਚਾਂਸ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਹੋ ਜਾਂਦਾ, ਰੱਬ ਕਰੇ ਨਾ ਹੀ ਹੋਵੇ ਕਿਸੇ ਨੂੰ, ਪਰ ਹੋ ਜਾਂਦਾ ਹੈ ਨਾ, ਤੇ ਐਨ ਮੌਕੇ ਦੇ ਉੱਤੇ ਹਰੇਕ ਕੋਈ ਬੰਦਾ ਬੁਖਲਾਹਟ ਵਿੱਚ ਆ ਜਾਂਦਾ ਕਿ ਕਰੀਏ ਕੀ ਇਸ ਵੇਲੇ, ਹੈ ਨਾ, ਤੇ ਉਹਨਾਂ ਨੂੰ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਜੇ ਕਿਸੇ ਨੂੰ ਲਕਵਾ ਹੋ ਗਿਆ, ਪੈਰਾਲਾਈਜ਼ ਦਾ ਅਟੈਕ ਹੋ ਗਿਆ, ਸਭ ਤੋਂ ਪਹਿਲਾਂ ਕੀ ਕਰਨਾ? ਲੋਕ ਤਾਂ ਵੈਸੇ ਜੋ ਕਰਦੇ ਉਹ ਤਾਂ ਅਫੀਮ ਦਿੰਦੇ। ਸਾਡੇ ਕੋਲ ਝਾਰਖੰਡ ਤੋਂ ਵੀ ਪੇਸ਼ੈਂਟ ਆਉਨੇ, ਮੱਧ ਪ੍ਰਦੇਸ਼ ਤੋਂ ਵੀ ਆਉਨੇ, ਸਭ ਨੇ ਅਫੀਮ ਦਿੱਤੀ ਵੀ ਹੁੰਦੀ ਹੈ, ਪਰ ਉਹ ਇੱਕ ਐਵੇਂ ਭੇਡ ਚਾਲੇ ਹੈ। ਕੋਈ ਅਫੀਮ ਦਾ ਕੋਈ ਅਸਰ ਬਹੁਤਾ ਨਹੀਂ ਹੈ ਇਹਦੇ 'ਤੇ, ਨੁਕਸਾਨ ਵੀ ਨਹੀਂ ਹੈ, ਫਾਇਦਾ ਵੀ ਕੋਈ ਨਹੀਂ ਹੈ, ਕਿਉਂਕਿ ਜਿਨ੍ਹਾਂ ਨੇ ਦਿੱਤੀ ਹੁੰਦੀ ਉਹਨਾਂ ਨੂੰ ਵੀ ਲਕਵਾ ਉੱਕਣੇ ਹੁੰਦਾ। ਔਰ 30-30 ਸਾਲ ਦੇ ਜਿਹੜੇ ਅਫੀਮਚੀ ਹੈ ਸਾਡੇ ਏਰੀਏ ਦੇ, ਉਹਨਾਂ ਨੂੰ ਵੀ ਦੇਖਿਆ ਅਸੀਂ ਲਕਵਾ ਹੁੰਦਾ ਹੋਇਆ। ਤਾਂ ਅਫੀਮ ਦਾ ਤਾਂ ਕੋਈ ਅਸਰ ਹੈ ਨਹੀਂ। ਅਸੀਂ ਤਾਂ ਐਡਵਾਈਜ਼ ਕਰਦੇ ਹਾਂ ਵੀ ਨਾ ਦਿਓ। ਸਗੋਂ ਸਾਨੂੰ ਜੇ ਕੋਈ ਤਾਜ਼ੀ ਅਫੀਮ ਦੇ ਕੇ ਲਿਆਉਂਦਾ ਪੇਸ਼ੈਂਟ ਨੂੰ, ਤਾਜ਼ਾ ਅੱਜ ਹੋਇਆ ਜਾਂ ਕੱਲ੍ਹ ਹੋਇਆ, ਸਾਨੂੰ ਡਾਇਗਨੋਜ਼ ਕਰਨ 'ਚ ਬੜੀ ਮੁਸ਼ਕਿਲ ਆਉਂਦੀ ਹੈ ਵੀ ਇਹ ਕੌਮੇ ਵਿੱਚ ਹੈ ਜਾਂ ਇਹ ਅਫੀਮ ਦੇ ਨਸ਼ੇ ਵਿੱਚ ਹੈ, ਕਿਉਂਕਿ ਅਫੀਮ ਨਾਲ ਵੀ ਬੰਦਾ ਇਸ ਤਰ੍ਹਾਂ ਹੁੰਦਾ, ਉਂਗ ਜੀ ਆਈ ਜਾਂਦੀ ਹੈ, ਉਹ ਸਗੋਂ ਉਲਟਾ ਕੰਮ ਕਰਦੀ ਹੈ। ਤੋ ਅਸੀਂ ਨਹੀਂ ਐਡਵਾਈਜ਼ ਕਰਦੇ ਵੀ ਫੀਮ ਦਿਓ ਕਿਸੇ ਨੂੰ ਵੀ। ਹਾਲਾਂਕਿ ਬੀਬੀਆਂ ਨੇ ਵੀ ਪਰਸਾਂ 'ਚ ਰੱਖੀਆਂ ਹੋਈਆਂ ਆਪਣੇ 'ਚ, ਕਲੋਜ਼ ਗੱਲ ਕਰ ਲੈਂਦੀਆਂ ਵੀ ਅਸੀਂ ਤਾਂ ਜੀ ਪਰਸ 'ਚ ਰੱਖਦੀਆਂ, ਜੇ ਕਿਤੇ ਹੋ ਗਿਆ ਅਸੀਂ ਜਦੇ ਲੈ ਲਾਂਗੀਆਂ। ਇਹ ਇੱਕ ਕਿਸਮ ਦੀ ਭ੍ਰਾਂਤੀ ਹੈ ਬੰਦੇ ਦੀ, ਨਹੀਂ ਇਸ ਤਰ੍ਹਾਂ ਦਾ ਫੀਮ ਕੁਛ ਵੀ ਕਰਦੀ ਹੈ। ਮੈਂ ਤਾਂ ਪਹਿਲਾਂ ਵੀ ਨੈੱਟ ਪਰ ਇਹ ਗੱਲ ਕਹੀ ਹੋਈ ਹੈ ਵੀ ਇੱਕ ਆਰਨਿਕਾ ਦਵਾਈ ਹੈ, ਉਹ ਜ਼ਰੂਰ ਰੱਖੋ ਆਪਣੇ ਕੋਲ। ਉਹ ਕੁਛ ਨਾ ਕੁਛ ਅੱਗੇ ਨਹੀਂ ਵਧਣ ਦੇਗੀ, ਫਾਇਦਾ ਕਰ ਦਿੰਦੀ ਹੈ। ਤੇ ਵੈਸੇ ਉਹ ਲੈਫਟ ਸਾਈਡਡ ਹੈ, ਰਾਈਟ ਵਾਲੇ ਨੂੰ ਉਹ ਵੀ ਨਹੀਂ ਕੁਛ ਕਰਦੀ ਹੈ। ਤੇ ਇਹ ਤਾਂ ਫਿਰ ਗਾਹਾਂ ਵੇਰੀਏਸ਼ਨ ਚੱਲਣੀ ਹੈ। ਜਾਣੀ ਮੋਟੇ ਤੌਰ 'ਤੇ ਆਰਨਿਕਾ ਦੇ ਦਿਓ, ਉਹਦਾ ਨੁਕਸਾਨ ਕੋਈ ਨਹੀਂ ਹੈ। 1-2 ਡ੍ਰੌਪ ਮੂੰਹ 'ਚ ਪਾ ਦਿਓ। ਉਸ ਤੋਂ ਬਾਅਦ ਅਸੀਂ ਤਾਂ ਕਹਿੰਦੇ ਹਾਂ ਵੀ ਜਿੰਨਾ ਛੇਤੀ ਆਊਗਾ, ਜੇ ਰਾਤ ਨੂੰ ਵੀ ਕੋਈ ਫੋਨ ਆਉਂਦਾ ਅਸੀਂ ਜਦੇ ਉਹਦੇ ਖਾਤਰ ਇਹਨੂੰ ਵੀ ਲੈ ਆਓ, ਕਿਉਂਕਿ ਜੇ ਰਾਤ ਨੂੰ ਅਸੀਂ 12 ਵਜੇ 1 ਵਜੇ ਦਵਾਈ ਦੇਤੀ, ਦੂਜੇ ਪਾਸੇ 9-10 ਵਜੇ ਆਊਗਾ, ਉਹਦੇ ਨਾਲੋਂ ਤਾਂ ਬਹੁਤ ਫਰਕ ਪੈ ਜਾਣਾ। ਕਈ ਜਿਹੜੇ ਇੰਨੇ ਤਾਜ਼ੇ ਹੁੰਦੇ ਉਹ ਤਾਂ ਜਦੇ ਇੱਥੇ ਮੂੰਹ 'ਚ ਦਵਾਈ ਪਾਉਂਦੀ ਸਰ ਵੀ ਕਈ ਕਹਿ ਦਿੰਦੇ ਜੀ ਲੱਤ ਲੱਗ ਗਈ ਮੇਰੀ ਹਿੱਲਣ, ਜ਼ਬਾਨ ਵੀ ਚੱਲ ਪੈਂਦੀ ਹੈ। ਜ਼ਬਾਨ ਦਾ ਨਾ ਚੱਲਣਾ, ਰਾਈਟ ਸਾਈਡ ਜਿੰਨਾ ਵੀ ਹੈ ਨਾ, ਸੱਜੇ ਪਾਸੇ ਵਾਲਾ ਅਧਰੰਗ, ਇਹਦੇ ਵਿੱਚ ਸਭ ਤੋਂ ਮਾਰੂ ਜ਼ਬਾਨ ਦਾ ਖੜਨਾ ਹੈ। ਮਾਰੂ ਇਨ ਦਾ ਸੈਂਸ ਵੀ ਜਦ ਬੋਲੇ ਨਹੀਂ ਹੁੰਦਾ ਬੰਦੇ ਤੇ, ਨਾ ਤਾਂ ਆਪਣੀ ਗੱਲ ਨੂੰ ਉਹ ਕਨਵੇ ਕਰ ਸਕਦਾ ਘਰਦਿਆਂ ਨੂੰ, ਨਾ ਘਰ ਦੇ ਸਮਝ ਸਕਦੇ ਵੀ ਇਹ ਕਿਆ ਕਹਿੰਦਾ, ਦਬੱਲੇ ਹੀ ਗੁੱਸਾ ਆਈ ਜਾਂਦਾ। ਉਂਝ ਇਹ ਵੀ ਦੱਸਿਆ ਕਈਆਂ ਨੇ, ਮੋਗੇ ਬਠਿੰਡੇ ਵੱਲ ਦੇ, ਕਹਿੰਦੇ ਜੀ ਬਾਪੂ ਸਾਨੂੰ ਗਾਲਾਂ ਬਹੁਤ ਟਿਕਾ ਕੇ ਕੱਢਦਾ ਲੇਕਿਨ ਬੋਲਦਾ ਹੈ ਨਹੀਂ। ਇਹ ਗੱਲ ਬਿਲਕੁਲ ਸੱਚੀ ਹੈ, ਗਾਲ ਨਿਕਲ ਜਾਂਦੀ ਹੈ, ਵਾਹਿਗੁਰੂ ਵੀ ਕਹਿ ਦਿੰਦੇ ਲੋਕ ਅਧਰੰਗ ਵਾਲੇ ਜਿਹਦੀ ਜ਼ਬਾਨ ਖੜਦੀ ਹੈ, ਪਰ ਉਹਨਾਂ ਤੇ ਬਾਬਾ, ਮਾਮਾ, ਪਾਪਾ 2 ਅੱਖਰੇ ਸ਼ਬਦ ਨਿਕਲਦੇ ਨਹੀਂ ਹੈ। 4 ਵਾਲਾ ਵਾਹਿਗੁਰੂ ਕਹਿ ਦਿੰਦੇ ਜਾਂ ਗਾਲ ਕੱਢ ਦਿੰਦੇ। ਇਹ ਸਾਡਾ ਨਿੱਜੀ ਤਜਰਬਾ ਹੈ। ਇਹਦੇ 'ਚ ਇੱਕ ਹੋਰ ਵੀ ਤੁਹਾਨੂੰ ਗੱਲ ਦੱਸਾਂ ਅਜੀਬ ਜੀ, ਆਪਣੇ ਤਜਰਬੇ 'ਚੋਂ, ਇਹ ਕਿਤਾਬਾਂ 'ਚ ਤਾਂ ਹੈ ਨਹੀਂ ਲਿਖੀਆਂ ਹੋਈਆਂ। ਜਿਹੜਾ ਬੰਦਾ ਸੱਜੇ ਹੱਥ ਨਾਲ ਜਿਹਦਾ ਸੱਜੂ ਚੱਲਦਾ ਹੈ, ਇੱਕ ਦਾ ਖੱਬੂ ਚੱਲਦਾ ਹੁੰਦਾ ਕਿਸੇ ਦਾ, ਉਹਨਾਂ ਵਿੱਚ ਵੀ ਅੰਤਰ ਹੈ। ਹਾਂ, ਜ਼ਬਾਨ ਜੇ ਸੱਜਾ ਚੱਲਦਾ ਕਿਸੇ ਬੰਦੇ ਦਾ, ਉਹਦੀ ਜ਼ਬਾਨ ਖੜਦੀ ਹੈ ਸੱਜੇ ਪਾਸੇ ਵਾਲੇ ਦੀ, ਤੇ ਜੇ ਸੱਜੇ ਪਾਸੇ ਅਧਰੰਗ ਹੈ, ਉਹਦੀ ਖੱਬੇ ਹੱਥ ਨਾਲ ਉਹ ਲਿਖਦਾ, ਖੱਬੂ ਹੈ, ਉਹਦੀ ਜ਼ਬਾਨ ਨਹੀਂ ਖੜਦੀ। ਉਹਦੀ ਜ਼ਬਾਨ ਨਹੀਂ ਖੜਦੀ, ਉਹਦੀ ਕੰਪਰੀਹੈਂਸ਼ਨ ਯਾਨੀ ਸਮਝ ਹੈ ਜਿਹੜੀ ਉਹ ਵਿਗੜਦੀ ਹੈ। ਉਹਨੂੰ ਕਹਿੰਦੇ ਕੁਝ ਹੋਰ ਹੈ, ਦੱਸਦਾ ਕੁਝ ਹੋਰ ਹੈ। ਜੇਕਰ ਪਗਲਾ ਜਿਹਾ ਹੋ ਜਾਂਦਾ ਬੰਦਾ, ਉਹ ਕੰਪਰੀਹੈਂਸ਼ਨ ਦਾ ਫਰਕ ਪੈ ਜਾਂਦਾ। ਦੇਖੋ ਹੁਣ ਰਾਈਟ ਔਰ ਲੈਫਟ 'ਚ ਕਿੰਨਾ ਅੰਤਰ ਪੈ ਗਿਆ। ਹੁਣ ਇਹ ਚੀਜ਼ਾਂ ਆਪਣੇ ਤਜਰਬੇ 'ਚੋਂ ਨਿਕਲੀਆਂ ਹੋਈਆਂ। ਹਾਂਜੀ। ਸੋ ਅਖੀਰ ਦੇ ਵਿੱਚ ਕੋਈ ਇਸ ਨੂੰ ਲੈ ਕੇ, ਇਸ ਟੌਪਿਕ ਨੂੰ ਲੈ ਕੇ ਕੋਈ ਗੱਲ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ? ਬਸ ਸਾਂਝਾ ਤਾਂ ਇਹੀ ਹੈ ਵੀ ਖਲਕਤ ਦੀ ਭਲਾਈ ਇਸ ਗੱਲ 'ਚ ਵੀ ਜਿੰਨੀ ਜਲਦੀ ਆ ਜਾਏ, ਹਾਂ, ਉਹ ਮਹੀਨੇ 'ਚ ਠੀਕ ਹੋ ਜਾਓ, 15 ਦਿਨ 'ਚ ਹੋ ਜਾਓ, ਕੋਈ 8 ਦਿਨ 'ਚ ਵੀ ਹੋ ਜਾਂਦੇ, ਕੋਈ 2 ਮਹੀਨੇ 'ਚ ਹੋ ਜਾਂਦੇ। ਜਿਹੜੇ ਲੇਟ ਆਉਂਦੇ, ਇੱਕ ਤਾਂ ਟਾਈਮ ਬਹੁਤ ਲੱਗਦਾ ਹੈ, ਨੰਬਰ 2 ਉਹ ਪੂਰੇ ਨਹੀਂ ਠੀਕ ਹੁੰਦੇ, ਅੱਧ ਵਿਚੱਦੇ ਹੁੰਦੇ। ਫਿਰ ਕਿਸੇ ਨਾ ਕੁਛ ਰਹਿ ਜਾਂਦਾ, ਕਿਸੇ ਦੀ ਬਾਂਹ ਰਹਿ ਜਾਏ ਚਾਹੇ, ਔਰ ਖਾਸ ਕਰਕੇ ਅਧਰੰਗ ਦੇ ਵਿੱਚ ਜਿਹਦੀਆਂ ਉਂਗਲੀਆਂ ਮੁੜੀਆਂ ਵੀ ਹੁੰਦੀਆਂ ਇਸ ਤਰ੍ਹਾਂ, ਸਪਾਸਟੀਸਿਟੀ ਕਹਿੰਦੇ ਇਹਨਾਂ ਨੂੰ, ਇੱਕ ਪਾਸੇ ਨੂੰ ਮੁੜਦੀਆਂ। ਇਹਨਾਂ ਨੂੰ ਚਾਹੇ ਖੋਲੀ ਵੀ ਜਾਓ, ਇਹ ਖੁੱਲਦੀਆਂ ਨਹੀਂ। ਖੋਲ ਕੇ ਜ਼ਬਰਦਸਤੀ ਕਰੋ, ਫਿਰ ਉੱਥੀ ਆ ਜਾਂਦੀਆਂ। ਹਾਲਾਂਕਿ ਆਵਾਸੀ ਲਏ ਤੇ ਖੁੱਲ ਜਾਂਦੀਆਂ, ਫਿਰ ਉੱਥੀ ਆ ਜਾਂਦੀਆਂ। ਜਿੰਨੇ ਵੀ ਅਧਰੰਗ ਦੇ ਕੇਸ ਆਉਂਗੇ, ਜਿਹਨੂੰ ਇਹ ਸਪਾਸਟੀਸਿਟੀ ਆ, ਉਹ ਛੇਤੀ ਠੀਕ ਨਹੀਂ ਹੁੰਦਾ, ਬਹੁਤ ਮੁਸ਼ਕਿਲ ਹੁੰਦਾ। ਇਹ ਤਾਂ ਖੁੱਲਦੀ ਓ ਨਹੀਂ ਹੈ। 24 ਘੰਟੇ ਦੇ ਅੰਦਰ ਆ ਜਾਏ ਤਾਂ ਵੀ ਨਹੀਂ ਠੀਕ ਹੁੰਦਾ। ਜੇ 24 ਘੰਟੇ 'ਚ ਆ ਜਾਏ, ਸਪਾਸਟੀਸਿਟੀ ਹੁੰਦੀ ਓ ਨਹੀਂ, ਫਿਰ ਇਹ ਦਵਾਈਆਂ ਕਿੱਥੇ ਹੋਣ ਦਿੰਦੀਆਂ। ਜਿਹਨੂੰ ਹੋ ਚੁੱਕੀ ਹੈ ਉਹਨੂੰ ਫਿਰ ਬਹੁਤਾ ਫਰਕ ਨਹੀਂ ਪੈਂਦਾ। ਬਾਂਹ ਚੱਕ ਹੋ ਜੂ, ਪਰ ਇਹ ਉਂਗਲੀਆਂ ਨਹੀਂ ਸਿੱਧੀਆਂ ਹੁੰਦੀਆਂ ਉਹਦੀਆਂ। ਇਹ ਫਰਕ ਹੈ। ਤੇ ਚਲੋ, ਸਭ ਤੋਂ ਪਹਿਲਾਂ ਇਹਦੇ 'ਚ ਨੋਰਮਲੀ ਲੱਤ ਠੀਕ ਹੁੰਦੀ ਹੈ। ਪਾਸੇ ਦਾ ਹੁੰਦਾ ਨਾ, ਬਾਹਰ ਲੱਤ ਇੱਕ ਪਾਸੇ ਦੀਆਂ। ਨੋਰਮਲੀ 95% ਲੋਕਾਂ ਦੀ ਲੱਤ ਪਹਿਲਾਂ ਚੱਲਦੀ ਹੈ,
ਪਰ 3-4 ਕੇਸ ਅਸੀਂ ਆਪਣੀ ਜ਼ਿੰਦਗੀ 'ਚ ਐਸੇ ਦੇਖੇ ਜਿਹਦੀ ਬਾਂਹ ਪਹਿਲਾਂ ਚੱਲੀ ਹੈ। ਬਾਂਹ ਪਹਿਲਾਂ ਚੱਲਦੀ ਠੀਕ ਇਹ ਵੀ ਅਜੀਬ ਗੱਲ ਹੈ, ਇਹਦੇ ਬਾਰੇ ਕੁਝ ਨਹੀਂ ਕੋਈ ਕਹਿ ਸਕਦਾ, ਨਾ ਹੀ ਕਿਸੇ ਕਿਤਾਬ ਵਿੱਚ ਹੈ ਇਹ ਗੱਲ, ਨਾ ਹੀ ਕਿਧਰੇ ਹੋਰ ਪਾਸੇ ਤੋਂ ਮਿਲਦੀ ਹੈ, ਆਪਣਾ ਤਜਰਬੇ 'ਚੋਂ ਨਿਕਲੀ ਇਹ ਗੱਲ ਹੈ। ਜੀ ਇੱਕ ਮੇਰੇ ਹੀ ਪਿੰਡ ਦਾ ਜਗੀਰ ਸਿੰਘ ਹੁੰਦਾ ਸੀ, ਗੁਰਦੁਆਰੇ ਦੀ ਪ੍ਰਧਾਨਗੀ ਸੀਗੀ ਉਹਦੇ ਕੋਲ, ਉਹਨੂੰ ਬੈਠੇ ਬੈਠੇ ਨੂੰ ਹੋ ਗਿਆ। ਮੈਂ ਉਹਨੂੰ ਕਿਹਾ ਵੀ ਤੇਰੀ ਲੱਤ ਪਹਿਲਾਂ ਚੱਲੂਗੀ, ਹੋਇਆ ਉਲਟ ਬਿਲਕੁਲ, ਕਿਉਂਕਿ ਨਾਰਮਲੀ ਲੱਤ ਚੱਲਦੀ ਹੈ। ਜਦ ਮੈਂ ਦੂਜੇ ਦਿਨ ਉਹਨੂੰ ਘਰ ਦੇਖਣ ਗਿਆ, ਉਹਨੇ ਬਾਂਹ ਚੱਕ ਲਈ ਸਾਰੀ, ਉਹ ਅਜੇ ਲੱਤ ਮਾੜੀ ਮਾੜੀ ਹਿਲਾਉਂਦਾ ਸੀ, ਬਾਂਹ ਉੱਪਰ ਚੱਕ ਲਈ। ਇਹੋ ਜਿਹੇ 3-4 ਕੇਸ ਹੋਰ ਵੀ ਹੈਗੇ। ਤੋ ਇਹਦੇ ਬਾਰੇ ਕੁਝ ਪੱਕਾ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ, ਪਰ ਜੋ ਮੈਂ ਦੱਸਿਆ ਤੁਹਾਨੂੰ, ਸਾਂਝਾ ਕਰਿਆ ਸੰਗਤ ਨਾਲ, ਇਹ ਸੱਚੋ ਸੱਚ ਹੈ, ਇਹਦੇ 'ਚ ਕੋਈ ਦੂਈ ਗੱਲ ਹੈ ਨਹੀਂ। ਜੀ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ, ਧੰਨਵਾਦ ਤੁਹਾਡਾ ਜੀ। ਧੰਨਵਾਦ ਤਾਂ ਤੁਹਾਡਾ ਜਿਹਨੇ ਲੋਕਾਂ ਨੂੰ ਇੰਨਾ ਗਿਆਨ ਅੱਗੇ ਵੰਡਣਾ ਦੇਣਾ। ਹਾਂਜੀ ਸ਼ੁਕਰੀਆ। ਠੀਕ ਹੈ। ਸੋ ਇਹ ਸਨ ਸੋਹਣ ਸਿੰਘ ਪਪਰਾਲੀ ਜੀ। ਸਕਰੀਨ ਦੇ ਹੇਠਾਂ ਇਹਨਾਂ ਦਾ ਨੰਬਰ ਵੀ ਚੱਲ ਰਿਹਾ, ਤੇ ਕਿਉਂਕਿ ਕਈ ਵਾਰੀ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਆ ਜਾਂਦਾ ਤੇ ਲਕਵਾ ਹੋ ਜਾਂਦਾ, ਤੇ ਤੁਸੀਂ ਸੰਪਰਕ ਕਰ ਸਕਦੇ ਹੋ ਐਂਡ ਛੇਤੀ ਤੋਂ ਛੇਤੀ ਪਹੁੰਚਣਾ ਚਾਹੀਦਾ। ਨਾਲ ਜਿਹੜੀ ਵੱਡੀ ਗੱਲ ਇਹਨਾਂ ਨੇ ਆਖੀ ਕਿ ਕਈ ਲੋਕ ਘਬਰਾ ਜਾਂਦੇ ਨੇ, ਉਹ ਅਫੀਮ ਦਾ ਸੇਵਨ ਕਰਾ ਦਿੰਦੇ ਨੇ, ਇਸ ਕਰਕੇ ਅਫੀਮ ਨਹੀਂ ਖਵਾਉਣੀ ਚਾਹੀਦੀ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਇਲਾਜ ਕਰਨ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ, ਤੇ ਉਮੀਦ ਕਰਦੇ ਹਾਂ ਕਿ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਨਾ ਹੋਵੇ। ਤੁਸੀਂ ਹਮੇਸ਼ਾ ਸਿਹਤਯਾਬ ਰਹੋ, ਪਰ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਛੇਤੀ ਤੋਂ ਛੇਤੀ ਉਸ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਇਹਨਾਂ ਦੇ ਕੋਲ ਤੁਸੀਂ ਆ ਕੇ ਕਰਵਾ ਸਕਦੇ ਹੋ। ਫਿਲਹਾਲ ਕੈਮਰਾਮੈਨ ਤਜਿੰਦਰ ਦੇ ਨਾਲ ਮੈਨੂੰ ਅਮਨ ਮੋਹਨ ਮੁਜਾਲ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ।